ਜਿਹੜੇ ਸਾਡੇ ਬੁਲਾਰੇ ਨੇ ਪਰਮਿੰਦਰ ਸਿੰਘ ਅਤੇ ਜੋਤੀ ਉਹਨਾਂ ਨਾਲ ਅਸੀਂ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ਤੋ ਇੱਕ ਗੀਤ ਦੇ ਦੌਰਾਨ ਅਸੀਂ ਉਹਨਾਂ ਨੂੰ ਫੋਨ ਕਰਾਂਗੇ। ਦੋਸਤੋ ਇਸ ਤਰ੍ਹਾਂ ਹੀ ਤੁਸੀਂ ਰੇਡੀਓ ਇਨਕਲਾਬ ਨਾਲ ਜੁੜੇ ਰਹਿਣਾ। ਛਣਕਾਉਣਾ ਬੁੱਲਾ ਤੇ ਆਇਆ ਵਾਦਾ ਅੱਖਾਂ ਵਿੱਚ ਲਿਸ਼ਕੇ ਸੋਨਾ ਹੁਣ ਸੋਨਾ ਚੜਿਆ ਮੰਦਰੀ ਰਾਮੇ ਦਾ ਸੁਪਨਾ ਹਿੱਲਿਆ ਉਹ ਆ ਰਿਹਾ ਉਹ ਆ ਰਿਹਾ ਉਹ ਆ ਰਿਹਾ ਉਹ ਆ ਰਿਹਾ ਨਾਲੇ ਕਿਸ ਦਾ ਰਾਮਾ ਹੱਟਾਂ ਦਾ ਸਖਤ ਕਾਮਾ ਨਾਲੇ ਕਿਸ ਦਾ ਰਾਮਾ ਹੱਟਾਂ ਦਾ ਸਖਤ ਕਾਮਾ ਨਿੱਕੇ ਦੇ ਟਾਈ ਲਾ ਕੇ ਉਹਨੂੰ ਰੱਜ ਕੇ ਹੈ ਪੜਾਉਣਾ ਅੱਜ ਦਿੱਲੀ ਹੈ ਪਿੱਠ ਮੋੜੀ ਤੇ ਹੁੰਜਾ ਨੇ ਪਿੜ ਮੱਲਿਆ ਉਹ ਆ ਰਿਹਾ ਉਹ ਆ ਰਿਹਾ ਉਹ ਆ ਰਿਹਾ ਉਹ ਆ ਰਿਹਾ ਨਾ ਕਿਸ ਦਾ ਰਾਮਾ ਹੱਟਾਂ ਦਾ ਸਖਤ ਕਾਮਾ ਨਾ ਕਿਸ ਦਾ ਰਾਮਾ ਹੱਟਾਂ ਦਾ ਸਖਤ ਕਾਮਾ ਰਾਜ ਰਾਜ ਕਰੇਂਦਿਆ ਰਾਜ ਰਾਜ ਕਰੇਂਦਿਆ ਤੂੰ ਸੀਤਾ ਦੇ ਸੁਣ ਬੋਲ ਰਾਮਾ ਭੁੱਖ ਤੋਂ ਭੱਜਿਆ ਤੂੰ ਭੁੱਖ ਤੇ ਵਾਪਸ ਕੱਲਿਆ ਭੁੱਖ ਅੱਗ ਦੇ ਨਾਲ ਲੜੇਗੀ ਭੁੱਖ ਨੂੰ ਉਸ ਬਣ ਉੜੇਗੀ ਹਰ ਮਰਜ਼ ਦੀ ਦਵਾ ਬਣ ਕੇ ਤੇਰੀ ਅੱਖ ਦੇ ਵਿੱਚ ਚੁਭੇਗੀ ਬਾਗਾਂ ਵਿੱਚ ਬੈਠੀ ਸੀਤਾ ਸੜਕਾਂ ਤੇ ਰਾਮਾ ਤੁਰ ਪਿਆ ਉਹ ਤੁਰ ਪਿਆ ਉਹ ਤੁਰ ਪਿਆ ਉਹ ਚੱਲ ਪਿਆ ਉਹ ਚੱਲ ਪਿਆ ਉਹ ਆ ਰਿਹਾ ਉਹ ਆ ਰਿਹਾ ਅਸੀਂ ਆ ਰਹੇ 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 ਅਸੀਂ ਨਾ ਕਿਸ ਦਾ ਰਾਮਾ ਹੱਟਾਂ ਦਾ ਸਖਤ ਕਾਮਾ ਹਰ ਰੋਜ਼ ਮੈਨੂੰ ਇਹ ਕਹਿੰਦਾ ਸੀ ਤੇ ਨਹੀਂ ਹੋਰ ਰੋਣਾ ਦਿੱਲੀ ਦਾ ਦਿਲ ਹੈ ਵੱਡਾ ਇੱਥੇ ਹੀ ਘਰ ਬਣਾਉਣਾ ਲਾਲ ਕਿਲੇ ਦੇ ਸਾਹਮਣੇ तमाम ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਤੋ ਦੋਸਤੋ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਤੇ ਪੰਜਾਬ ਭਾਰਤ ਤੋਂ ਜੋਤੀ ਹੋ ਗਏ ਨੇ। ਮੈਂ ਜਿਸ ਤਰ੍ਹਾਂ ਪਹਿਲਾਂ ਸ਼ੁਰੂ 'ਚ ਦੱਸਿਆ ਸੀਗਾ ਪਿਛਲੇ ਹਫ਼ਤੇ ਵੀ ਅਸੀਂ ਗੱਲ ਕੀਤੀ ਸੀ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਮਾਈਗਰੈਂਟਸ ਜਿਨ੍ਹਾਂ ਕੋਲ ਨਿਊਜ਼ੀਲੈਂਡ ਦੇ ਵੀਜ਼ੇ ਨੇ ਉਹ ਜਨਵਰੀ ਫਰਵਰੀ ਮਾਰਚ ਦੇ ਟਾਈਮ 'ਚ ਛੁੱਟੀਆਂ ਲਈ ਥੋੜ੍ਹੇ ਸਮੇਂ ਲਈ ਬਾਹਰ ਗਏ ਸਨ, ਪਰ ਕਿਉਂਕਿ ਕੋਵਿਡ ਕਰਕੇ ਬਾਰਡਰ ਹੈ ਜਦੋਂ ਉਹ ਬੰਦ ਕਰ ਦਿੱਤਾ ਗਿਆ ਤੋ ਉਹ ਲੋਕ ਵਾਪਸ ਨਹੀਂ ਆ ਸਕੇ ਕਿਉਂਕਿ ਉਹ ਸਿਟੀਜ਼ਨ ਨਹੀਂ ਨੇ, ਪਰਮਾਨੈਂਟ ਰੈਜ਼ੀਡੈਂਟ ਨਹੀਂ ਨੇ। ਇਸ ਕਰਕੇ ਉਹਨਾਂ ਨੂੰ ਇੱਥੋਂ ਦਾ ਕਾਨੂੰਨ ਜਿਹੜਾ ਇਜਾਜ਼ਤ ਨਹੀਂ ਦਿੰਦਾ ਬਾਰਡਰ ਬੰਦ ਹੋਣ ਕਰਕੇ ਵਾਪਸ ਆਉਣ ਦੀ। ਤੋ ਕਾਫੀ ਕੁਝ ਚੱਲ ਰਿਹਾ ਇੱਥੇ ਵੀ ਅਸੀਂ ਕਾਫੀ ਕੋਸ਼ਿਸ਼ਾਂ ਕਰ ਰਹੇ ਹਾਂ। ਤੋ ਇਸੇ ਤਰ੍ਹਾਂ ਹੀ ਨੌਜਵਾਨਾਂ ਨੇ ਪੰਜਾਬ ਵਿੱਚ ਲੀਡ ਲਈ ਹੈ ਔਰ ਉਹ ਕੀ ਕੁਛ ਕਰਨ ਜਾ ਰਹੇ ਆ ਅਸੀਂ ਇਸ ਤਰ੍ਹਾਂ ਦੀ ਗੱਲਬਾਤ ਕਰਾਂਗੇ। ਤੋ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਜੋਤੀ ਨੇ ਤੋ ਉਹਨਾਂ ਨਾਲ ਗੱਲਬਾਤ ਕਰਾਂਗੇ। ਜੋਤੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਥੈਂਕ ਯੂ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੋ ਜੋਤੀ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਡੇ ਲਿਸਨਰਸ ਨੂੰ ਆਪਣੇ ਬਾਰੇ ਥੋੜ੍ਹਾ ਦੱਸੋ ਕਿ ਤੁਸੀਂ ਨਿਊਜ਼ੀਲੈਂਡ ਕਦੋਂ ਆਏ, ਕਿਸ ਤਰ੍ਹਾਂ ਆਏ ਔਰ ਇਸ ਵਕਤ ਕੀ ਚੱਲ ਰਿਹਾ। ਥੋੜ੍ਹੀ ਜਿਹੀ ਆਪਣੀ ਤੁਸੀਂ ਬੈਕਗਰਾਊਂਡ ਦੱਸੋ ਸਾਰਿਆਂ ਨੂੰ। ਮੈਮ ਮੈਂ ਨਵੰਬਰ 2015 ਦੇ ਵਿੱਚ ਨਿਊਜ਼ੀਲੈਂਡ ਆਈ ਸੀ ਲੈਵਲ 7 ਲੈ ਕੇ ਬਿਜ਼ਨਸ ਦੇ ਵਿੱਚ, ਤੇ ਉਸ ਤੋਂ ਬਾਅਦ ਮੇਰਾ 1 ਸਾਲ ਦਾ ਵਰਕ ਵੀਜ਼ਾ ਲੱਗ ਗਿਆ ਸੀਗਾ।
ਠੀਕ ਤੇ ਉਹਦੇ ਵਿੱਚ ਮੈਂ ਬੇਕਰੀ 'ਚ ਜਿੱਦਾਂ ਜੌਬ ਕੀਤੀ 7-8 ਮਹੀਨੇ ਮੈਂ ਉੱਥੇ ਕੰਮ ਕੀਤਾ ਜਦੋਂ ਮੇਰਾ ਵਰਕ ਵੀਜ਼ਾ ਲੱਗਿਆ ਸੀਗਾ। ਜੀ ਤੇ ਉਹਨਾਂ ਨੇ ਲਾਸਟ ਮੋਮੈਂਟ ਤੇ ਆ ਕੇ ਮੈਨੂੰ ਮਤਲਬ ਮੇਰਾ ਅੱਗੇ ਹੈਲਪ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਠੀਕ। ਫਿਰ ਔਨ ਦਾ ਸਪੌਟ ਮੈਨੂੰ ਕੁਛ ਨਹੀਂ ਸਮਝ ਲੱਗੀ ਤੇ ਹਮ, ਮੇਰੇ ਜਿੱਦਾਂ ਬ੍ਰਦਰ ਨੇ ਮੈਨੂੰ ਗਾਈਡ ਕੀਤਾ। ਫਿਰ ਮੈਂ ਹਾਰਟੀਕਲਚਰ ਦੀ ਮੈਨੂੰ ਸਟੱਡੀ ਲੈਣੀ ਪਈ ਜੀ ਤੇ ਉਸ ਤੋਂ ਬਾਅਦ ਹਾਰਟੀਕਲਚਰ ਦੀ ਜਦੋਂ ਮੈਮ ਮੈਂ ਸਟੱਡੀ ਲਈ ਨਾ ਉਸ ਤੋਂ ਬਾਅਦ 4 ਮਹੀਨੇ ਬਾਅਦ ਰੂਲ ਚੇਂਜ ਹੋ ਗਏ। ਉਹਦੇ 'ਚ ਪੀਆਰ ਦਾ ਕੋਈ ਸਕੋਪ ਨਹੀਂ ਸੀਗਾ। ਤੇ ਫਿਰ ਅਸੀਂ ਸੋਚਿਆ ਕਿ ਹੁਣ ਅੱਗੇ ਅਸੀਂ ਕੀ ਸਟੈਪ ਲਈਏ। ਫਿਰ ਮੇਰੇ ਕਿਸੇ ਨੋਨ ਨੇ ਮੈਨੂੰ ਜਿੱਦਾਂ ਐਡਵਾਈਸ ਕੀਤਾ ਵੀ ਤੂੰ ਬੀਐਡ ਕਰੀ ਹੋਈ ਹੈ ਇੰਡੀਆ ਤੋਂ, ਫਿਰ ਤੂੰ ਮਤਲਬ ਅਰਲੀ ਚਾਈਲਡਹੁੱਡ ਦੇ ਵਿੱਚ ਜਾ ਸਕਦੀ ਹੈ। ਫਿਰ ਮੈਮ ਮੈਂ ਲੈਵਲ 8 ਕੀਤਾ ਤੇ ਲੈਵਲ 8 ਤੋਂ ਬਾਅਦ ਫਿਰ ਮੈਨੂੰ 3 ਸਾਲ ਦਾ ਓਪਨ ਵਰਕ ਵੀਜ਼ਾ ਮਿਲਿਆ। ਤੇ ਫਿਰ ਮੈਂ ਡਿਸਾਈਡ ਕੀਤਾ ਵੀ ਚਲੋ ਪਹਿਲਾਂ ਇੰਡੀਆ ਜਾ ਕੇ ਮੈਰਿਜ ਕਰਵਾ ਲੈਂਦੀ ਹਾਂ। ਤੇ ਫਿਰ ਮੈਮ ਮੈਂ ਮੈਰਿਜ ਕਰਵਾਉਣ ਆਈ ਸੀਗੀ ਇੰਡੀਆ ਦੇ ਵਿੱਚ ਜਨਵਰੀ ਦੇ ਵਿੱਚ 13 ਜਨਵਰੀ ਠੀਕ ਤੇ ਫਿਰ 4 ਮਾਰਚ ਨੂੰ ਮੇਰੀ ਮੈਰਿਜ ਹੋਈ। ਤੇ ਮੈਮ ਮੈਂ ਅਪ੍ਰੈਲ ਦੇ ਫਸਟ ਵੀਕ ਆਉਣਾ ਵਾਪਸ ਸੋਚਿਆ ਸੀਗਾ ਵੀ ਚਲੋ ਮੈਂ 1 ਮੰਥ ਰਹਿ ਕੇ ਆਪਣੇ ਪ੍ਰੂਫ ਵਗੈਰਾ ਜੋ ਵੀ ਚਾਹੀਦਾ ਕਰਕੇ ਤਾਂ ਮੈਂ ਅਪ੍ਰੈਲ ਦੇ ਫਸਟ ਵੀਕ ਵਾਪਸ ਆ ਜਾਊਂਗੀ। ਮੈਮ ਫਿਰ 19 ਮਾਰਚ ਨੂੰ ਲੋਕਡਾਊਨ ਕਰਕੇ ਮੈਂ ਇੱਥੇ ਸਟਕ ਹੋ ਗਈ ਤੇ 4 ਸਾਲ ਮੈਂ ਨਿਊਜ਼ੀਲੈਂਡ ਰਹੀ ਹਾਂ ਜੀ ਤੇ ਹੁਣ 8 ਮਹੀਨੇ ਤੋਂ ਅਸੀਂ ਵੇਟ ਕਰ ਰਹੇ ਹਾਂ ਕਿ ਕਦੋਂ ਓਪਨ ਕਰਨਗੇ ਤੇ ਕਦੋਂ ਅਸੀਂ ਵਾਪਸ ਆਵਾਂਗੇ। ਜੀ ਜੀ ਸੋ ਅਸੀਂ ਇੱਕ ਬੜੀ ਟ੍ਰੈਜਡੀ ਵਾਲੀ ਗੱਲ ਆ ਬਾਰ-ਬਾਰ ਦੇਖਦੇ ਹਾਂ ਕਿ ਸਾਡੇ ਸਟੂਡੈਂਟਸ ਜਾਂ ਵਰਕਰਸ ਜਿਹੜੇ ਵੀਜ਼ੇ ਵਾਲੇ ਆ ਉਹ ਕਾਫੀ ਮਿਹਨਤ ਕਰਕੇ ਇੱਕ ਲੈਵਲ ਤੱਕ ਪਹੁੰਚਦੇ ਆ ਕਿ ਹੁਣ ਮੈਂ ਸਾਰੀਆਂ ਇਮੀਗ੍ਰੇਸ਼ਨ ਰਿਕੁਆਇਰਮੈਂਟਸ ਜਿਹੜੀਆਂ ਉਹ ਪੂਰੀਆਂ ਕਰ ਲਈਆਂ ਨੇ ਤੇ ਰੂਲ ਚੇਂਜ ਹੋ ਜਾਂਦੇ ਨੇ। ਅਸੀਂ ਇਹ ਬਾਰ-ਬਾਰ ਦੇਖਦੇ ਹਾਂ। ਸੋ ਇਹ ਇੱਕ ਬੜੀ ਟ੍ਰੈਜਡੀ ਵਾਲੀ ਗੱਲ ਆ। ਉਸ ਤੋਂ ਬਾਅਦ ਇੰਨਾ ਲੰਬਾ ਸਮਾਂ ਤੁਸੀਂ ਇੱਥੇ ਰਹੇ ਹੋ, ਪੜ੍ਹਾਈ ਵੀ ਔਰ ਜੌਬ ਵੀ ਕੀਤੀ ਆ, ਉਹ ਸਾਰੇ ਇਸ ਦੇਸ਼ ਦੀ ਇਕੋਨਮੀ ਨੂੰ ਫਾਇਦਾ ਹੀ ਹੁੰਦਾ ਆ ਉਹਦੇ ਤੋਂ। ਔਰ ਇਨ ਰਿਟਰਨ ਜਿਹੜੇ ਸਾਡੇ ਵਰਕਰਸ ਨੇ ਉਹਨਾਂ ਦੇ ਹੱਥ ਪੱਲੇ ਬਹੁਤਾ ਕੁਛ ਨਹੀਂ ਆਉਂਦਾ। ਤੋ ਹੁਣ ਜਿਹੜਾ ਤੁਹਾਡੇ ਕੋਲ ਇਸ ਵਕਤ ਓਪਨ ਵਰਕ ਵੀਜ਼ਾ ਉਹ ਕਦੋਂ ਤੱਕ ਵੈਲਿਡ ਹੈ ਤੁਹਾਡਾ ਵੀਜ਼ਾ? ਮੈਮ ਮੇਰਾ ਅਕਤੂਬਰ 2022 ਤੱਕ ਆ। ਠੀਕ ਆ। ਤੋ ਇਸ ਵਕਤ ਜਿਸ ਤਰ੍ਹਾਂ ਮੈਂ ਪਹਿਲੇ ਵੀ ਸਰੋਤਿਆਂ ਨੂੰ ਦੱਸਿਆ ਕਿ ਜਿਹੜੇ ਨਿਊਜ਼ੀਲੈਂਡ ਨੌਨ ਸਿਟੀਜ਼ਨ ਜਾਂ ਨੌਨ ਰੈਜ਼ੀਡੈਂਟ ਨੇ ਉਹਨਾਂ ਵਾਸਤੇ ਬਾਰਡਰ ਜਿਹੜਾ ਦੇਸ਼ ਦਾ ਬੰਦ ਹੈ ਕੋਵਿਡ ਕਰਕੇ। ਉਹ ਅਸੀਂ ਸਾਰੇ ਉਸ ਗੱਲ ਨੂੰ ਸਮਝਦੇ ਹਾਂ ਕਿ ਸਿਹਤ ਪੱਖੋਂ ਇੱਕ ਹੈਲਥ ਐਂਡ ਸੇਫਟੀ ਰੀਜ਼ਨ ਠੀਕ ਆ, ਪਰ ਐਟ ਦ ਸੇਮ ਟਾਈਮ ਜਦੋਂ ਉਹ ਸਿਟੀਜ਼ਨਸ ਜਿਹੜੇ 10-10 ਸਾਲ ਤੋਂ ਇੱਥੇ ਰਹਿ ਨਹੀਂ ਰਹੇ ਉਹਨਾਂ ਨੂੰ ਵਾਪਸ ਆਉਣ ਦਿੱਤਾ ਜਾ ਰਿਹਾ। ਫਿਰ ਨਵੇਂ ਵੀ ਜਿਹੜੇ ਵਰਕਰਸ ਨੇ ਜਿਹੜੇ ਜਿਸ ਤਰ੍ਹਾਂ ਪਿੱਛੇ ਜੇ ਇਹਨਾਂ ਨੇ 600 ਦੇ ਕਰੀਬ ਫਿਸ਼ਰਮੈਨ ਜਿਹੜੇ ਨੇ ਉਹਨਾਂ ਨੂੰ ਆਉਣ ਦਿੱਤਾ ਨਵੇਂ ਮਾਈਗ੍ਰੈਂਟਸ। ਤਾਂ ਉਹ ਸਾਰਾ ਕੁਝ ਦੇਖ ਕੇ ਸਾਨੂੰ ਲੱਗਦਾ ਕਿ ਇਹ ਤਾਂ ਇੱਕ ਅਨਫੇਅਰ ਤਰੀਕਾ ਆ ਕਿਉਂਕਿ ਜਿਹੜੇ ਤੁਸੀਂ ਲੋਕ ਇੱਥੇ ਇੰਨੇ ਸਾਲਾਂ ਤੋਂ ਰਹਿੰਦੇ ਗਏ ਹੋ ਤੁਹਾਨੂੰ ਫਸਟ ਪ੍ਰੈਫਰੈਂਸ ਜਾਂ ਪ੍ਰਾਇੋਰਿਟੀ ਹੋਣੀ ਚਾਹੀਦੀ ਹੈ। ਤੋ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੇ ਤੁਸੀਂ ਹੁਣ ਪਿਛਲੇ 8 ਮਹੀਨਿਆਂ ਤੋਂ ਸਟਕ ਹੋ ਉੱਥੇ? ਫਿਊਚਰ ਮੈਮ ਚਲੋ ਪਹਿਲਾਂ ਜਦੋਂ ਇਹਨਾਂ ਨੇ ਬਾਰਡਰ ਕਲੋਜ਼ ਕੀਤਾ ਆ, ਚਲੋ ਸਾਨੂੰ ਪਹਿਲਾਂ ਇਹਨਾਂ ਨੇ ਕੋਈ ਨੋਟੀਫਿਕੇਸ਼ਨ ਨਹੀਂ ਦਿੱਤੀ ਵੀ ਹਾਂ ਵੀ ਅਸੀਂ ਬਾਰਡਰ ਕਲੋਜ਼ ਕਰਨ ਲੱਗੇ ਆ ਤੇ ਉਸ ਟਾਈਮ ਸਾਨੂੰ ਕੋਈ ਵੀ ਕੁਝ ਵੀ ਸੁਝਿਆ ਨਹੀਂ। ਬਟ ਫਿਰ ਉਸ ਟਾਈਮ ਥੋੜਾ ਅਸੀਂ ਨੋਰਮਲ ਸੀਗੇ ਵੀ ਚਲੋ ਪੂਰੀ ਕੰਟਰੀ ਮਤਲਬ ਸਾਰੀਆਂ ਕੰਟਰੀਜ਼ ਕਲੋਜ਼ ਆ ਨਾ ਤੇ ਚਲੋ ਸਾਨੂੰ ਵੀ ਇਦਾਂ ਸੀ ਕੋਈ ਗੱਲ ਨਹੀਂ ਇਹਨਾਂ ਨੇ ਓਪਨ ਕਰ ਦੇਣਾ ਆ। ਬਟ ਬਾਅਦ ਚ ਹੁਣ ਜਦੋਂ 8 ਮਹੀਨੇ ਹੋ ਗਏ ਉਹ ਕੁਝ ਵੀ ਬੋਲਦੇ ਨਹੀਂ ਪਏ, ਕੋਈ ਵੀ ਸਟੇਟਮੈਂਟ ਨਹੀਂ ਦਿੰਦੇ ਪਏ ਕਿ ਉਹ ਸਾਨੂੰ ਵਾਪਸ ਬੁਲਾਉਣਗੇ ਜਾਂ ਨਹੀਂ ਬੁਲਾਉਣਗੇ। ਉਹਦੇ ਨਾਲ ਸਾਡੇ ਮਤਲਬ ਪੂਰਾ 8 ਮਹੀਨੇ ਸਾਡੇ ਡਿਪਰੈਸ਼ਨ ਦੇ ਵਿੱਚ ਲੰਘੇ ਆ ਤੇ ਅਸੀਂ ਅਨਸਰਟੇਨਟੀ ਰਹਿੰਦੀ ਕਿ ਸਾਡਾ ਫਿਊਚਰ ਪਤਾ ਨਹੀਂ ਉਹਨਾਂ ਨੇ ਸਾਨੂੰ ਬੁਲਾਉਣਾ ਜਾਂ ਨਹੀਂ ਬੁਲਾਉਣਾ। ਸਾਡੀ ਜਿਹੜੀ ਮਨੀ ਅਸੀਂ ਇਨਵੈਸਟ ਕੀਤੀ, ਮੈਂ ਤਾਂ 3 ਸਟੱਡੀਜ਼ ਕੀਤੀਆਂ, ਜੋ ਵੀ ਮੈਂ ਅਰਨ ਕੀਤਾ ਨਿਊਜ਼ੀਲੈਂਡ ਦੇ ਵਿੱਚ ਸਾਰਾ ਕੁਝ ਮੈਂ ਉੱਥੇ ਮੈਂ ਖਰਚ ਕਰਕੇ ਆਈ ਹਾਂ। ਮਤਲਬ ਮੇਰੇ ਕੋਲ ਜਦੋਂ ਮੇਰਾ ਹੁਣ ਮੈਂ ਅਰਨ ਕਰਨਾ ਸੀ 3 ਸਾਲ ਮਤਲਬ ਮੇਰਾ ਹੁਣ ਮੈਨੂੰ ਮਿਲੇ ਸੀ ਵੀ ਚਲੋ ਮੈਂ ਅਰਨ ਕਰੂੰਗੀ, ਮੈਂ ਕੁਛ ਪੀਆਰ ਲਊਂਗੀ ਆਪਣੇ ਪਾਰਟਨਰ ਨੂੰ ਨਾਲ ਲੈ ਕੇ, ਉਹ ਸਾਰਾ ਕੁਝ ਮੈਮ ਵੇਸਟ ਹੋ ਗਿਆ। ਹੁਣ ਸਾਡਾ ਜਾਣੀ ਅਸੀਂ ਫਿਰ ਜ਼ੀਰੋ ਤੇ ਖੜੇ ਹਾਂ। ਮੈਮ ਇੱਕ ਏਜ ਲਿਮਿਟ ਹੁੰਦੀ ਬੰਦੇ ਦੇ ਸਟਰਗਲ ਕਰਨ ਦੀ, ਉਹ ਸਾਰਾ ਕੁਝ ਲੰਘ ਗਿਆ। ਹੁਣ ਉਹ ਐਕਸਾਈਟਮੈਂਟ ਵੀ ਨਹੀਂ ਹੈਗੀ, ਸਾਰਾ ਕੁਝ ਜਾਣੀ ਖਰਾਬ ਹੋ ਗਿਆ। ਬਿਲਕੁਲ ਉਹਦੇ ਕਰਕੇ ਹੁਣ 8 ਮਹੀਨਿਆਂ ਤੋਂ ਅਸੀਂ ਬਹੁਤ ਅਨਸਰਟੇਨਟੀ ਦੇ ਵਿੱਚ ਰਹਿ ਰਹੇ ਹਾਂ, ਡਿਪਰੈਸ਼ਨ ਦੇ ਵਿੱਚ ਰਹਿ ਰਹੇ ਹਾਂ। ਸਮਟਾਈਮ ਤਾਂ ਬਹੁਤ ਜ਼ਿਆਦਾ ਫੀਲ ਹੋਣ ਲੱਗ ਜਾਂਦਾ ਹੈ। ਬਿਲਕੁਲ ਔਰ ਉਹ ਅਨਸਰਟਨਟੀ ਜਿਹੜੀ ਆ ਉਹਦੇ ਦੌਰਾਨ ਤੁਸੀਂ ਕੁਝ ਹੋਰ ਵੀ ਕਿਸੇ ਚੀਜ਼ ਦੀ ਨਵੇਂ ਸਿਰਿਓਂ ਸ਼ੁਰੂਆਤ ਬੰਦਾ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਨੇ ਵਿੱਚ ਲਟਕਾ ਕੇ ਰੱਖਿਆ ਹੋਇਆ ਸਾਰਿਆਂ ਨੂੰ ਇਸ ਵਕਤ। ਹਾਂਜੀ ਮੈਮ, ਹਾਂਜੀ ਜਾਂ ਜੈਸ ਔਰ ਨੋ ਕਹਿ ਰਹੇ ਮਤਲਬ ਸਾਨੂੰ ਇਸ ਤਰ੍ਹਾਂ ਲਮਕਾ ਕੇ ਨਾ ਰੱਖਣ। ਬਿਲਕੁਲ ਹਾਂ ਅਸੀਂ ਬੰਦਾ ਸਟਕ ਹੋਇਆ ਨਾ ਬੰਦਾ ਇੱਧਰ। ਹਾਂਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ।
ਹਾਂਜੀ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਸਾਨੂੰ ਯੈਸ ਔਰ ਨੋ ਦੇ ਵਿੱਚ ਜਵਾਬ ਦੇਣ ਕਿ ਉਹ ਸਾਨੂੰ ਬੁਲਾਉਣਗੇ ਜਾਂ ਨਹੀਂ ਬੁਲਾਉਣਗੇ। ਜੇ ਸਾਨੂੰ ਨਹੀਂ ਬੁਲਾਉਂਦੇ ਅਸੀਂ ਆਪਣੀ ਨੈਕਸਟ ਸਟੈਪ ਕੋਈ ਸੋਚੀਏ, ਕਿਉਂਕਿ ਬੰਦੇ ਦੀ ਪਰਸਨਲ ਲਾਈਫ ਜਿਹੜੀ ਉਹ ਸਾਡੀ ਮਤਲਬ ਇੱਕ ਤਰ੍ਹਾਂ ਨਾਲ ਇਹਨਾਂ ਦੇ ਉੱਪਰ ਡਿਪੈਂਡ ਹੋ ਗਈ। ਅਸੀਂ ਕੁਝ ਵੀ ਅੱਗੇ ਪਲਾਨ ਨਹੀਂ ਕਰ ਸਕਦੇ ਜਦ ਤੱਕ ਕਿ ਸਾਡਾ ਫਿਊਚਰ ਹੀ ਅਜੇ ਸੇਫ ਨਹੀਂ ਹੈਗਾ। ਬਿਲਕੁਲ ਬਿਲकुल ਬਿਲकुल। ਔਰ ਤੁਸੀਂ ਸਾਰਿਆਂ ਨੇ ਨੌਜਵਾਨਾਂ ਨੇ ਮਿਲ ਕੇ 3-4 ਅਲੱਗ-ਅਲੱਗ ਸ਼ਹਿਰਾਂ 'ਚ ਪੰਜਾਬ ਦੇ ਸ਼ਹਿਰਾਂ 'ਚ ਇੱਕ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਉਹਨੂੰ ਕਹਿ ਸਕਦੇ ਹਾਂ ਉਹ ਵੀ ਕੀਤਾ ਹੈ। ਉਹਦੇ ਬਾਰੇ ਵੀ ਤੁਸੀਂ ਥੋੜੀ ਜਾਣਕਾਰੀ ਦਿਓ। ਮੈਂ ਕਿਹਾ ਤੁਹਾਡੇ ਜੀਵਨ ਸਾਥੀ ਪਰਮਿੰਦਰ ਵੀ ਤੁਹਾਡੇ ਨਜ਼ਦੀਕੀ ਨੇ, ਉਹ ਵੀ ਸਾਡੇ ਨਾਲ ਕਰ ਸਕਦੇ ਨੇ ਗੱਲਬਾਤ। ਮੋਸਟ ਵੈਲਕਮ। ਹਾਂਜੀ ਮੈਮ ਤੁਸੀਂ ਇਸ ਬਾਰੇ ਉਹਨਾਂ ਨਾਲ ਗੱਲ ਕਰੋ। ਹਾਂਜੀ ਜ਼ਰੂਰ। ਹੈਲੋ ਹਾਂਜੀ ਪਰਮਿੰਦਰ, ਬਹੁਤ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਹਾਂਜੀ ਥੈਂਕ ਯੂ ਮੈਮ। ਲਾਲ ਸਲਾਮ ਜੀ। ਤੋ ਮੈਂ ਜੋਤੀ ਨਾਲ ਗੱਲ ਕਰ ਰਹੀ ਸੀ ਕਿ ਬੀਤੇ ਦਿਨੀ ਤੁਸੀਂ ਸਾਰਿਆਂ ਨੇ ਮਿਲ ਜੁਲ ਕੇ ਜਲੰਧਰ, ਸੰਗਰੂਰ, ਅਲੱਗ-ਅਲੱਗ ਸ਼ਹਿਰਾਂ 'ਚ ਸ਼ਾਂਤਮਈ ਜਿਹੜੇ ਆ ਉਹ ਆਪਣਾ ਰੋਸ ਵੀ ਜ਼ਾਹਿਰ ਕੀਤਾ ਹੈ। ਉਹਦੇ ਬਾਰੇ ਥੋੜੀ ਜਿਹੀ ਸਾਰਿਆਂ ਨੂੰ ਜਾਣਕਾਰੀ ਦਿਓ ਕਿ ਉਹ ਕਿਸ ਤਰ੍ਹਾਂ ਗੱਲ ਬਣੀ ਔਰ ਕਿਸ ਤਰ੍ਹਾਂ ਸਾਰੇ ਇਕੱਠੇ ਹੋ ਰਹੇ ਨੇ ਉਹ ਸਾਰੀ ਚੀਜ਼ ਵਾਸਤੇ। ਹਾਂਜੀ ਮੈਮ। ਤੇ ਮੈਮ ਆਪਣੇ ਪਟਿਆਲੇ ਤੋਂ ਜਗਦੀਪ ਭਾਜੀ ਹੁਣੀ ਸੀਗੇ ਜੀ, ਤੇ ਉਹਨੀ ਮਤਲਬ ਕਿ ਇੱਕ ਪੋਸਟ ਪਾਈ ਸੀ ਕਿ ਆਪਾਂ ਸਾਰਿਆਂ ਨੇ ਮਤਲਬ ਆਪਾਂ ਇਕੱਠੇ ਹੋਣਾ ਹੈ ਤਾਂ ਇੱਕ ਮੀਟਿੰਗ ਕਰਨੀ ਹੈਗੀ ਆ। ਠੀਕ। ਤੇ ਉਸ ਤੋਂ ਬਾਅਦ ਫੇਰ ਉਹਨਾਂ ਦੀ ਮੇਰੇ ਨਾਲ ਗੱਲਬਾਤ ਹੋਈ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਆਪਾਂ ਸਾਰੇ ਜਨਤਾ ਇਕੱਠੇ ਹੁੰਦੇ ਆ ਤੇ ਉੱਥੇ ਆਪਣੇ ਗਦਰੀ ਬਾਬੇ ਦੀ ਵਿਰਾਸਤ ਹੈਗੀ ਆ। ਬਿਲਕੁਲ। ਤੇ ਉੱਥੇ ਮੈਮ ਅਸੀਂ ਇਕੱਠੇ ਹੋਏ ਹੈਗੇ ਆ। ਅਸੀਂ ਛੋਟੀ ਜਿਹੀ ਮੀਟਿੰਗ ਕੀਤੀ ਸੀਗੀ ਤੇ ਮੀਟਿੰਗ ਤੋਂ ਬਾਅਦ ਫਿਰ ਮੈਂ ਦੇਸ਼ ਭਗਤ ਯਾਦਗਾਰ ਹਾਲ ਦੀ ਕਮੇਟੀ ਦੇ ਨਾਲ ਗੱਲਬਾਤ ਕੀਤੀ ਜੀ। ਉੱਥੇ ਦੇ ਕਾਮਰੇਡ ਅਮੋਲਕ ਸਿੰਘ ਸੀਗੇ, ਆਪਣੇ ਪਰਮਿੰਦਰ ਕੋਸਟੜ ਜੀ ਸੀਗੇ ਜੀ, ਤੇ ਚਰਨਜੀਤ ਲਾਲ ਜੀ ਸੀਗੇ। ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀਗੀ ਤੇ ਉਹਨੀ ਫਿਰ ਸਾਡਾ ਸਾਥ ਦਿੱਤਾ ਤੇ ਫਿਰ ਉਹਨੀ ਸਾਡੀ ਮੀਡੀਆ ਨਾਲ ਸਾਡਾ ਉਹਨੀ ਕੰਟੈਕਟ ਕਰਾਇਆ ਸਾਡਾ ਤੇ ਉਸ ਤੋਂ ਬਾਅਦ ਫਿਰ ਸਾਡਾ ਜਿਹੜਾ ਈਵੈਂਟ ਸੀਗਾ ਪਰ ਵਧੀਆ ਹੋ ਗਿਆ ਸੀਗਾ। ਬਹੁਤ ਵਧੀਆ। ਤੇ ਕਾਫੀ ਮਤਲਬ ਚਰਚਾ ਹੋਈ ਹੈਗੀ ਆ। ਉਸ ਤੋਂ ਬਾਅਦ ਸੰਗਰੂਰ ਵੀ ਚਰਚਾ ਹੋਈ ਹੈਗੀ ਆ, ਫਿਰ ਲੁਧਿਆਣੇ ਚਰਚਾ ਹੋਈ ਹੈਗੀ ਆ। ਸਾਰੇ ਇਕੱਠੇ ਹੋਏ ਸੀਗੇ ਜੀ ਤੇ ਵਧੀਆ ਰਿਸਪੌਂਸ ਮਿਲਿਆ ਸਾਰੇ ਵੱਲੋਂ। ਬਹੁਤ ਵਧੀਆ। ਔਰ ਅਸੀਂ ਵੀ ਉਹ ਸਾਰੀ ਫੁਟੇਜ ਔਰ ਤਸਵੀਰਾਂ ਦੇਖੀਆਂ ਨੇ। ਤੋ ਅਸੀਂ ਤਾਂ ਆਪਣੇ ਤੌਰ ਤੇ ਸਾਰਿਆਂ ਨੂੰ ਇਹੋ ਹੀ ਤਾਕੀਦ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਗਿਣਤੀ ਹੈ ਉਹ ਇਕੱਠ ਹੋਣਾ ਚਾਹੀਦਾ, ਕਿਉਂਕਿ ਉਹ ਠੀਕ ਆ ਤੁਸੀਂ ਬਹੁਤ ਵਧੀਆ ਇਕੱਠੇ ਹੋਏ ਪਰ ਇਸ ਤੋਂ ਕਿਤੇ ਜ਼ਿਆਦਾ ਵੱਡੀ ਗਿਣਤੀ ਹੈ ਜਿਹੜੇ ਫਸੇ ਹੋਏ ਨੇ। ਇੱਥੋਂ ਤੱਕ ਕਿ ਸਾਨੂੰ ਜਿਹੜਾ ਵੀ ਕੋਈ ਸੰਪਰਕ ਕਰਦਾ ਹੈ ਭਾਰਤ 'ਚੋਂ, ਚਾਹੇ ਉਹ ਕਿਸੇ ਵੀ ਪ੍ਰਾਂਤ 'ਚ ਹੋਏ, ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਤੁਹਾਡੇ ਨਾਲ ਜੁੜਨ। ਸੋ ਇਹਦਾ ਹੁਣ ਆਉਂਦੇ ਦਿਨਾਂ 'ਚ ਕੀ ਕੁਝ ਤੁਸੀਂ ਕਰਨ ਜਾ ਰਹੇ ਹੋ? ਇੱਕ ਤੇ ਕੱਲ ਨੂੰ ਯਾਨੀ ਕਿ 17 ਤਰੀਕ ਨੂੰ ਵੀ ਦਿੱਲੀ ਸਾਰੇ ਇਕੱਠੇ ਹੋ ਰਹੇ ਨੇ, ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਸਾਡੇ ਸਰੋਤਿਆਂ ਨੂੰ। ਹਾਂਜੀ ਮੈਮ ਅਸੀਂ ਜਲੰਧਰ, ਸੰਗਰੂਰ, ਦੈਨ ਲੁਧਿਆਣੇ ਮਤਲਬ ਕਿ ਸਾਡੇ ਜੋ ਛੋਟੇ ਈਵੈਂਟ ਹੋਣ ਤੋਂ ਬਾਅਦ ਅਸੀਂ ਆਪਣੇ ਡਿਸਾਈਡ ਕੀਤਾ ਸੀ ਕਿ ਅਸੀਂ ਸਾਰੇ ਜਣੇ 17 ਨਵੰਬਰ ਨੂੰ ਨਿਊਜ਼ੀਲੈਂਡ ਐਮਬੈਸੀ ਦੇ ਸਾਹਮਣੇ ਇਕੱਠੇ ਹੋ ਕੇ ਪ੍ਰੋਟੈਸਟ ਕਰਾਂਗੇ ਜੀ। ਤੇ ਉਸ ਤੋਂ ਬਾਅਦ ਸਾਡੇ ਵਿੱਚੋਂ 3-4 ਮੁੰਡੇ ਦਿੱਲੀ ਗਏ ਹੋਏ ਸੀਗੇ। ਦਿੱਲੀ ਜਾ ਕੇ ਪਰਮਿਸ਼ਨ ਲੈਣ ਦੀ ਕੋਸ਼ਿਸ਼ ਕੀਤੀ ਸੀਗੀ ਐਮਬੈਸੀ ਦੇ ਅੱਗੇ, ਪਰ ਸਾਨੂੰ ਉੱਥੋਂ ਮਤਲਬ ਆਪਣੇ ਪਰਮਿਸ਼ਨ ਨਹੀਂ ਮਿਲੀ ਹੈਗੀ। ਪਰ ਹੁਣ ਸਾਨੂੰ ਜੰਤਰ ਮੰਤਰ ਪ੍ਰੋਟੈਸਟ ਕਰਨ ਦੀ ਪਰਮਿਸ਼ਨ ਮਿਲ ਚੁੱਕੀ ਆ ਤੇ ਅਸੀਂ ਕੱਲ ਨੂੰ 17 ਨਵੰਬਰ ਸਵੇਰੇ 10 ਵਜੇ ਤੋਂ ਲੈ ਕੇ 12:30 ਤੱਕ ਅਸੀਂ ਪ੍ਰੋਟੈਸਟ ਕਰਾਂਗੇ। ਤੇ ਸਾਨੂੰ ਉਮੀਦ ਹੈਗੀ ਕਿ ਮਿਨੀਮਮ 100 ਪੀਪਲ ਮਤਲਬ ਇਕੱਠੇ ਹੋਣਗੇ ਤੇ ਇਹਦੇ ਵਿੱਚ ਸਾਡੇ ਪੰਜਾਬ ਤੋਂ, ਹਰਿਆਣੇ ਤੋਂ ਤੇ ਬੰਗਲੌਰ ਤੋਂ ਐਂਡ ਦਿੱਲੀ ਤੋਂ ਐਂਡ ਕੇਰਲਾ ਤੋਂ ਸਾਰੇ ਬੱਚੇ ਇਕੱਠੇ ਹੋ ਰਹੇ ਆ। ਬਹੁਤ ਵਧੀਆ। ਤੋ ਅਸੀਂ ਵੀ ਆਪਣੇ ਤੌਰ ਤੇ ਜਿੰਨਾ ਇੱਥੇ ਸਾਰਿਆਂ ਨੂੰ ਰਿਕੁਐਸਟ ਕਰ ਸਕਾਂਗੇ, ਉਹ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਦਾ ਜਿਹੜਾ ਸਾਡਾ ਪੇਜ ਹੈ ਉਹਦੇ ਤੋਂ ਬਹੁਤ ਜ਼ਿਆਦਾ ਸਾਡੇ ਨਾਲ ਕੰਟੈਕਟ ਕਰਦੇ ਆ ਸਾਰੇ। ਤੋ ਅਸੀਂ ਵੀ ਸਾਰਿਆਂ ਨੂੰ ਇਹੋ ਰਿਕੁਐਸਟ ਕਰਾਂਗੇ ਕਿ ਤੁਹਾਡਾ ਸਾਥ ਦੇਣ। ਕਿਉਂਕਿ ਮੈਨੂੰ ਸਪੈਸ਼ਲੀ ਮਤਲਬ ਬੰਗਲਾਦੇਸ਼ ਵਿੱਚ ਮੈਨੂੰ ਕਾਲ ਆਈ ਹੋਈ ਸੀਗੀ, ਉੱਥੇ ਵੀ 30 ਬੱਚੇ ਫਸੇ ਹੋਏ ਹੈਗੇ ਆ ਤੇ ਉਹੀ ਵੀ ਕਿਹਾ ਸੀ ਕਿ ਸਾਡਾ ਉੱਥੇ ਨਾਮ ਮੈਂਸ਼ਨ ਕਰ ਦਿਓ, ਬਟ ਸਾਡੇ ਕੋਲ ਆ ਨਹੀਂ ਹੋਣਾ ਹੈਗਾ, ਸਾਡਾ ਨਾਮ ਮੈਂਸ਼ਨ ਕਰ ਦਿਓ ਵੀ ਅਸੀਂ 30 ਬੱਚੇ ਫਸੇ ਹੋਏ ਹੈਗੇ ਆ। ਠੀਕ। ਹਾਂ ਬਹੁਤ ਵਧੀਆ। ਉਹਨਾਂ ਨਾਲ ਓਬਵੀਅਸਲੀ ਤੁਸੀਂ ਰਾਬਤੇ 'ਚ ਹੈਗੇ ਹੋ, ਸੋ ਜੇ ਉਹ ਸਾਰਿਆਂ ਦੇ ਤੁਹਾਨੂੰ ਨਾਮ ਭੇਜ ਸਕਣ ਤਾਂ ਬਹੁਤ ਵਧੀਆ ਇੱਕ ਟੱਚ ਰਹੇਗਾ ਕਿ ਤੁਸੀਂ ਉਹਨਾਂ ਦੇ ਨਾਮ ਉੱਥੇ ਪੜ੍ਹ ਸਕੋ। ਓਬਵੀਅਸਲੀ ਇੱਕ ਕੋਵਿਡ ਕਰਕੇ ਰਿਸਟ੍ਰਿਕਸ਼ਨ ਨੇ, ਦੂਸਰਾ ਉਹ ਦੂਰ ਨੇ, ਤੋ ਅਸੀਂ ਸਾਰੇ ਦੂਰ ਬੈਠੇ ਜਿੰਨਾ ਵੀ ਕਰ ਸਕਾਂਗੇ ਤੁਹਾਡੇ ਲਈ ਜ਼ਰੂਰ ਕਰਦੇ ਰਵਾਂਗੇ। ਬਿਲਕੁਲ। ਔਰ ਡਿਮਾਂਡ ਹਾਂਜੀ। ਤੋ
ਪਰਮਿੰਦਰ ਬਹੁਤ ਵਧੀਆ ਕਿ ਕੱਲ ਇਹ ਜਿਹੜਾ ਇਕੱਠ ਹੋ ਰਿਹਾ ਤੋ ਉੱਥੇ ਸਾਨੂੰ ਆਸ ਹੈ ਕਿ ਹਾਂ ਜਿਹੜੀਆਂ ਮੰਗਾਂ ਉਹ ਮੈਂ ਤੁਹਾਡਾ ਫੇਸਬੁੱਕ ਇਵੈਂਟ ਵੀ ਦੇਖਿਆ ਸਿੰਪਲ ਜੀਆਂ ਡਿਮਾਂਡ ਨੇ ਕੋਈ ਇਹਦੇ 'ਚ ਬਹੁਤ ਜ਼ਿਆਦਾ ਵੱਡੀ ਮੰਗ ਵੀ ਨਹੀਂ ਹੈ ਸਰਕਾਰ ਨੂੰ ਚਾਹੀਦਾ ਕਿ ਸੁਣਵਾਈ ਕਰਨ ਤੋ ਆਸ ਹੈ ਕਿ ਕੱਲ ਵੱਧ ਤੋਂ ਵੱਧ ਲੋਕ ਤੁਹਾਡੇ ਨਾਲ ਜੁੜਨਗੇ ਤੋ ਆਉਂਦੇ ਸਮੇਂ 'ਚ ਵੀ ਮੇਰਾ ਖਿਆਲ ਹੈ ਅਗਰ ਕੱਲ ਦੇ ਇਵੈਂਟ ਤੋਂ ਬਾਅਦ ਕੋਈ ਹਲਚਲ ਨਹੀਂ ਇੱਥੇ ਹੁੰਦੀ ਕੋਈ ਮੂਵਮੈਂਟ ਨਹੀਂ ਹੁੰਦੀ ਮੇਰਾ ਖਿਆਲ ਹੈ ਸਾਨੂੰ ਇਹ ਜਾਰੀ ਰੱਖਣਾ ਪਊਗਾ ਇੱਕ ਲਗਾਤਾਰਤਾ ਨਾਲ ਤੋ ਹਾਂਜੀ ਬਿਲਕੁਲ ਤੋ ਹਾਂਜੀ ਭਾਰਤੀ ਜੀ ਤੁਸੀਂ ਕੁਝ ਹਾਂਜੀ ਮੈਂ ਪੜ੍ਹ ਰਿਹਾ ਸੀਗਾ ਕਿ ਐਮਬੈਸੀ ਦੇ ਵਿੱਚ ਵੀ ਤੁਹਾਡੀ ਪਹੁੰਚ ਹੋਈ ਹੈ ਤੇ ਤੁਸੀਂ ਆਪਣਾ ਰੈਫਰੈਂਡਮ ਉਹਨਾਂ ਨੂੰ ਦਿਓਗੇ ਹਾਂਜੀ ਸਾਹਿਬ ਆਪਣੀ ਗੱਲਬਾਤ ਹੋ ਰਹੀ ਆ ਅਸੀਂ ਸੋਚਦੇ ਪਏ ਸੀ ਕਿ ਅਸੀਂ ਜੰਤਰ ਮੰਤਰ ਤੋਂ 4 ਜਾਂ 5 ਬੱਚੇ ਇਕੱਠੇ ਹੋ ਕੇ ਐਮਬੈਸੀ ਜਾਵਾਂਗੇ ਉੱਥੇ ਜੇ ਸਾਡੇ ਕੋਲ ਐਮਬੈਸਡਰ ਦੇ ਨਾਲ ਜਾਂ ਕੋਈ ਹੋਰ ਵੱਡੇ ਅਫਸਰ ਨਾਲ ਸਾਡੀ ਗੱਲ ਹੁੰਦੀ ਆ ਤੇ ਅਸੀਂ ਉਹਨੂੰ ਮਤਲਬ ਆਪਣੇ ਮੈਮੋਰੈਂਡਮ ਲਿਖ ਕੇ ਦੇ ਕੇ ਆਵਾਂਗੇ ਜ਼ਰੂਰ ਚਾਹੀਦਾ ਬਿਲਕੁਲ ਚਾਹੀਦਾ ਤਾਂ ਹੀ ਮੇਰਾ ਖਿਆਲ ਹੈ ਸ਼ਾਇਦ ਅੱਗੇ ਥੋੜੀ ਕਿਤੇ ਗੱਲਬਾਤ ਜਾਵੇ ਕਿਉਂਕਿ 8-9 ਮਹੀਨੇ ਬਹੁਤ ਲੰਬਾ ਸਮਾਂ ਹੁੰਦਾ ਆ ਜਿੱਥੇ ਇੱਥੇ ਸਾਰਾ ਕੁਝ ਜ਼ਿੰਦਗੀਆਂ ਇੱਥੇ ਪਈਆਂ ਨੇ ਜਿਹੜੇ ਬਾਹਰ ਫਸੇ ਨੇ ਤੋ ਬਿਲਕੁਲ ਅਸੀਂ ਵੀ ਅੱਜ ਸ਼ਾਮ ਨੂੰ ਫੇਸਬੁੱਕ ਲਾਈਵ ਹੋ ਕੇ ਸਾਰਿਆਂ ਨੂੰ ਅਸੀਂ ਵੀ ਰਿਕੁਐਸਟ ਕਰਾਂਗੇ ਆਪਣੇ ਤੌਰ ਤੇ ਤੋ ਪਰਮਿੰਦਰ ਮੇਰਾ ਖਿਆਲ ਆਪਾਂ ਲਗਭਗ ਸਾਡੀ ਗੱਲ ਪੂਰੀ ਹੋ ਹੀ ਗਈ ਹੈ ਜੇ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਜ਼ਰੂਰ ਆਪਣੇ ਤੌਰ ਤੇ ਕਹਿ ਸਕਦੇ ਹੋ ਅਗਰ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ ਤੁਸੀਂ ਮੈਂ ਸਿਰਫ ਇੱਕ ਰਿਕੁਐਸਟ ਕਰਨਾ ਪਿਆ ਹੈਗਾ ਵੀ ਜਿਹੜੇ ਵੀ ਬੱਚੇ ਮਾਈਗ੍ਰੈਂਟ ਬੱਚੇ ਹੈਗੇ ਆ ਵੱਧ ਤੋਂ ਵੱਧ ਕੱਲ ਦਿੱਲੀ ਦੇ ਵਿੱਚ ਇਕੱਠੇ ਹੋਣ ਜੰਤਰ ਮੰਤਰ ਗਰਾਊਂਡ ਹੈਗੀ ਆ ਜਿੱਥੇ ਸਾਨੂੰ ਪਰਮਿਸ਼ਨ ਮਿਲੀ ਹੋਈ ਆ ਟਾਈਮ ਹੈਗਾ ਆ 10 ਤੋਂ 12:30 ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਅਪੀਲ ਕਰਦਾ ਕਿ ਪਲੀਜ਼ ਸਾਰੇ ਜਣੇ ਇਕੱਠੇ ਹੋਣ ਤੇ ਆਪਣੇ ਰਾਈਟ ਦੇ ਲਈ ਨਾਰਾ ਆਪਣਾ ਬੁਲੰਦ ਕਰੋ ਤੇ ਆਪਾਂ ਸਾਰਿਆਂ ਨੂੰ ਅਪੀਲ ਇਹੀ ਕਰਨੀ ਹੈਗੀ ਕਿ ਸਾਡਾ ਬਾਰਡਰ ਖੋਲ੍ਹਿਆ ਜਾਵੇ ਤੇ ਸਾਡੇ ਵੀਜ਼ੇ ਐਕਸਟੈਂਡ ਕੀਤੇ ਜਾਣ ਉਸ ਤੋਂ ਬਾਅਦ ਜੇ ਤੁਸੀਂ ਬਾਰਡਰ ਨਹੀਂ ਖੋਲਣਾ ਹੈਗਾ ਤੇ ਸਾਡੇ ਜਿਹੜੇ ਵੀਜ਼ੇ ਆ ਫ੍ਰੀਜ਼ ਕੀਤੇ ਜਾਣ ਬਿਲਕੁਲ ਵਾਜਿਬ ਮੰਗਾਂ ਨੇ ਔਰ ਬੜੀਆਂ ਸਧਾਰਨ ਮੰਗਾਂ ਨੇ ਔਰ ਜਾਂਦੇ ਪਰਮਿੰਦਰ ਅਗਰ ਤੁਹਾਡੇ ਨਾਲ ਕੋਈ ਡਾਇਰੈਕਟ ਰਾਬਤਾ ਕਰਨਾ ਚਾਹਵੇ ਸਾਡੇ ਲਿਸਨਰਸ ਚੋਂ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਜ਼ਰੂਰ ਬੋਲ ਦਿਓ ਤਾਂ ਕਿ ਤੁਹਾਡੇ ਨਾਲ ਸਿੱਧਾ ਰਾਬਤਾ ਕਰ ਸਕਣ ਜੀ ਮੈਮ ਮੇਰਾ ਨਾਮ ਹੈਗਾ ਪਰਮਿੰਦਰਪਾਲ ਸਿੰਘ ਜੀ ਤੇ ਮੈਂ ਪੰਜਾਬ ਜਲੰਧਰ ਤੋਂ ਬਿਲੋਂਗ ਕਰਦਾ ਹੈਗਾ ਤੇ ਮੇਰਾ ਮੋਬਾਈਲ ਨੰਬਰ ਹੈਗਾ ਆ 9876946479 9876694649 ਬਹੁਤ ਵਧੀਆ ਬਹੁਤ ਧੰਨਵਾਦ ਪਰਮਿੰਦਰ ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਤੁਹਾਡਾ ਔਰ ਜੋਤੀ ਦਾ ਔਰ ਆਸ ਕਰਦੇ ਹਾਂ ਕਿ ਤੁਸੀਂ ਜਲਦ ਤੋਂ ਜਲਦ ਇੱਥੇ ਆਓ ਔਰ ਅਸੀਂ ਤੁਹਾਨੂੰ ਇਨ ਪਰਸਨ ਮਿਲ ਸਕੀਏ ਹਮੇਸ਼ਾ ਅਸੀਂ ਫੋਨ ਤੇ ਗੱਲਬਾਤ ਕਰਦੇ ਹਾਂ ਸਾਨੂੰ ਵੀ ਬਹੁਤ ਤੰਗ ਹੈ ਤੁਹਾਨੂੰ ਮਿਲਣ ਦੀ ਤੋ we wish you all the success ਕੱਲ ਦੇ ਇਵੈਂਟ ਵਾਸਤੇ ਠੀਕ ਹੈ ਮੈਮ ਭਾਰਤੀ ਜੀ ਐਂਡ ਕਾਮ ਅਨੂ ਜੀ ਅਸੀਂ ਤੁਹਾਡਾ ਹੀ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਰੇਡੀਓ ਇਨਕਲਾਬ ਉੱਪਰ ਵਿਚਾਰ ਦਿੱਤੇ ਕਰਨ ਦਾ ਮੌਕਾ ਦਿੱਤਾ ਹੈਗਾ ਤੇ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਆ ਤੇ ਤੁਹਾਡੇ ਨਾਲ ਹਮੇਸ਼ਾ ਹੀ ਜੂਝਾਂਗੇ ਬਹੁਤ ਧੰਨਵਾਦ ਲਾਲ ਸਲਾਮ ਓਕੇ ਲਾਲ ਸਲਾਮ ਮੈਮ ਸੋ ਦੋਸਤੋ ਇਹ ਸਨ ਪਰਮਿੰਦਰਪਾਲ ਸਿੰਘ ਜਿਹੜੇ ਕਿ ਜਲੰਧਰ ਏਰੀਆ ਤੋਂ ਨੇ ਅਗਰ ਕੋਈ ਸਰੋਤੇ ਜਿਹੜੇ ਸੁਣ ਰਹੇ ਨੇ ਕੱਲ 17 ਨਵੰਬਰ ਦਿਨ ਮੰਗਲਵਾਰ ਭਾਰਤ ਦਾ ਸਮਾਂ 10 ਵਜੇ 10 ਤੋਂ 12:30 ਵਜੇ ਤੱਕ ਇਹ ਜਿਹੜੇ ਫਸੇ ਹੋਏ ਨੇ ਸਾਰੇ ਉੱਥੇ ਔਰ ਉਹਨਾਂ ਦੇ ਸਮਰਥਕ ਉਹ ਨਵੀਂ ਦਿੱਲੀ ਜੰਤਰ ਮੰਤਰ ਇਕੱਠੇ ਹੋਣ ਜਾ ਰਹੇ ਨੇ ਤੋ ਤੁਸੀਂ ਅਗਰ ਜਾਣ ਦਾ ਕੋਈ ਤੁਹਾਨੂੰ ਜਿਹੜਾ ਇਸ ਸਥਿਤੀ 'ਚ ਅਸੀਂ ਕਹਾਂਗੇ ਕਿ ਤੁਸੀਂ ਇਨਕਰੇਜ ਕਰੋ ਕਿ ਉਹ ਵੀ ਇਹਨਾਂ ਨੂੰ ਜੁਆਇਨ ਕਰਨ ਤੋ ਪਰਮਿੰਦਰਪਾਲ ਸਿੰਘ ਦਾ ਨੰਬਰ ਹੈ 9876946479 ਔਰ ਪਿਛਲੇ ਹਫਤੇ ਜਿਨ੍ਹਾਂ ਨਾਲ ਗੱਲ ਅਸੀਂ ਕੀਤੀ ਸੀ ਜਗਦੀਪ ਸਿੰਘ ਉਹ ਪਟਿਆਲੇ ਰਹਿੰਦੇ ਨੇ ਉਹ ਵੀ ਆਰਗੇਨਾਈਜ਼ਰ ਨੇ ਇਸ ਇਵੈਂਟ ਦੇ ਤੋ ਉਹਨਾਂ ਦਾ ਨੰਬਰ ਹੈ 9915558637 ਬਿਲਕੁਲ ਜੀ ਬਿਲਕੁਲ ਔਰ ਬਾਰ-ਬਾਰ ਜਿਹੜੀ ਗੱਲ ਰਿਪੀਟ ਹੋ ਰਹੀ ਹੈ ਕਿ ਜਦੋਂ ਵੀ ਇਹ ਇਮੀਗ੍ਰੇਸ਼ਨ ਦਾ ਮਸਲਾ ਆਉਂਦਾ ਹੈ ਚਾਹੇ ਉਹ ਵੀਜ਼ਾ ਡਿਲੇ ਦਾ ਸੀਗਾ ਚਾਹੇ ਕੋਵਿਡ ਦੇ ਕਰਕੇ ਜਿਹੜੇ ਆਪਣੇ ਭਾਰਤੀ ਕਾਮੇ ਹਿੰਦੁਸਤਾਨ 'ਚ ਫਸੇ ਹੋਏ ਨੇ ਇਕੱਲੇ ਹੋ ਕੇ ਇਹ ਲੜਾਈ ਜਿੱਤੀ ਨਹੀਂ ਜਾ ਸਕਦੀ ਹੈਗੀ ਹਾਂ ਸਾਡਾ ਇੱਥੇ ਜਥੇਬੰਦਕ ਤਰੀਕੇ ਦੇ ਨਾਲ
ਕਿਸੇ ਲੋਕਾਂ ਦੇ ਨਾਲ ਸਾਡੇ ਡਿਫਰੈਂਸਸ ਹੈਗੇ ਜਿਨ੍ਹਾਂ ਨਾਲ ਅਸੀਂ ਨਾਲ ਮਿਲ ਕੇ ਨਹੀਂ ਕੰਮ ਕਰ ਸਕਦੇ, ਹਾਂਜੀ, ਉਹ ਪਰ ਪਿਛਲੇ ਘੱਟੋ ਪ੍ਰੋਗਰਾਮ ਘੱਟ 'ਚ ਅਸੀਂ ਅਸੀਂ ਉਹ ਕਾਫੀ ਪਿਛਲੇ ਵਿਸਥਾਰ 'ਚ ਪ੍ਰੋਗਰਾਮ ਪਰ ਗੱਲ ਕੀਤੀ। ਤੁਹਾਡਾ ਤੇ ਮੁੱਦਾ ਇੱਕ ਹੋਗਾ ਹੈ, ਹਾਂ ਬਿਲਕੁਲ ਤੁਸੀਂ ਉਸ ਇੱਕ ਮੁੱਦੇ ਦੇ ਉੱਪਰ ਰਲ ਕੇ ਤੁਸੀਂ ਆਪਸ ਦੇ ਵਿੱਚ ਉਹ ਲੜਾਈ ਜਿਹੜੀ ਉਹ ਕਰ ਸਕਦੇ ਹੋ। ਬਿਲਕੁਲ ਔਰ ਅਸੀਂ ਇੱਥੇ ਅਨੂ ਜੀ ਦੱਸਣਗੇ ਆਪੇ ਕਿ ਸਾਡਾ ਅਗਲਾ ਇਸ ਮਾਮਲੇ ਦੇ ਵਿੱਚ ਕੀ ਪ੍ਰੋਗਰਾਮ ਹੈ। ਹਾਂ ਨਹੀਂ ਬਿਲਕੁਲ, ਅਸੀਂ ਸਾਰਿਆਂ ਨੂੰ ਇਹੋ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਕੱਲ ਵਾਲੇ ਇਵੈਂਟ 'ਚ ਸ਼ਾਮਲ ਹੋਵੋ ਤੁਸੀਂ। ਬਿਲਕੁਲ ਇੱਕ ਸ਼ਾਂਤਮਈ ਇਕੱਤਰਤਾ ਹੈ ਜੰਤਰ ਮੰਤਰ ਦਿੱਲੀ ਵਿੱਚ, ਔਰ ਅਸੀਂ ਇਹਦੇ 'ਚ ਕੁਝ ਆਰਗੇਨਾਈਜ਼ ਨਹੀਂ ਕੀਤਾ, ਅਸੀਂ ਜਸਟ ਸਿੰਪੈਥੈਟਿਕ ਹਾਂ ਇਸ ਚੀਜ਼ ਲਈ। ਤੋ ਉਹਨਾਂ ਨੇ ਬਕਾਇਦਾ ਪਰਮਿਸ਼ਨ ਲੈ ਕੇ ਸਾਰਾ ਉਹ ਕੰਮ ਕੀਤਾ ਹੈ। ਹਾਲਾਂਕਿ ਅਸੀਂ ਜਿਸ ਤਰ੍ਹਾਂ ਪ੍ਰੋਟੈਸਟ ਵਗੈਰਾ ਕਰਦੇ ਹਾਂ ਸਾਡਾ ਉਹ ਸਟਾਈਲ ਨਹੀਂ ਹੈ, ਸੋ ਉਹਦੇ ਤੋਂ ਵੀ ਜ਼ਾਹਿਰ ਹੈ ਕਿ ਅਸੀਂ ਆਰਗੇਨਾਈਜ਼ਰ ਨਹੀਂ ਹੈਗੇ ਇਹਦੇ, ਅਸੀਂ ਸਪੋਰਟਰ ਹਾਂ, ਅਸੀਂ ਸਪੋਰਟ ਵਿੱਚ ਹਾਂ ਜੈਸੇ ਹੋਰ ਵੀ ਕਾਫੀ ਲੋਕ ਨੇ। ਤੋ ਕੱਲ ਜ਼ਰੂਰ ਤੁਸੀਂ ਸ਼ਾਮਲ ਹੋਵੋ ਇਹਦੇ ਵਿੱਚ। ਆਉਂਦੇ ਸਮੇਂ 'ਚ ਵੀ ਸ਼ਾਇਦ ਹੋਰ ਵੀ ਇਸ ਤਰ੍ਹਾਂ ਦੇ ਉੱਥੇ ਰੋਸ ਪ੍ਰਦਰਸ਼ਨ ਜਿਹੜੇ ਆ ਕਰਨੇ ਪੈਣ ਉਹਨਾਂ ਨੂੰ ਜਿਹੜੇ ਸਟਕ ਨੇ। ਸੋ ਅਸੀਂ ਇਹੀ ਸਲਾਹ ਦੇਵਾਂਗੇ ਕਿ ਜਗਦੀਪ ਸਿੰਘ ਔਰ ਪਰਮਿੰਦਰਪਾਲ ਸਿੰਘ ਨਾਲ ਤੁਸੀਂ ਜ਼ਰੂਰ ਜੁੜੋ ਆਉਂਦੇ ਸਮੇਂ ਲਈ ਵੀ, ਤਾਂ ਕਿ ਅਸੀਂ ਜਲਦ ਤੋਂ ਜਲਦ ਸਾਰਿਆਂ ਨੂੰ ਇੱਥੇ ਵਾਪਸ ਲਿਆ ਸਕੀਏ ਜੀ। ਤੋ ਇਸੇ ਹੀ ਸਿਲਸਿਲੇ ਵਿੱਚ ਜਿਹੜੇ ਇੱਥੇ ਨਿਊਜ਼ੀਲੈਂਡ ਵਿੱਚ ਜੋ ਕੁਝ ਚੱਲ ਰਿਹਾ, ਅਸੀਂ 10 ਕੁ ਦਿਨ ਪਹਿਲਾਂ ਇੱਕ ਕੈਂਪੇਨ ਲਾਂਚ ਕੀਤੀ ਹੈ ਜਿਹਦਾ ਨਾਂ ਹੈ ਪਾਥਵੇਜ਼ ਟੂ ਰੈਜ਼ੀਡੈਂਸੀ ਬੀ ਕਾਈਂਡ ਟੂ ਮਾਈਗ੍ਰੈਂਟ ਵਰਕਰਸ। ਤੋ ਇਸ ਨਾਮ ਤੋਂ ਪਟੀਸ਼ਨ ਵੀ ਐਕਸ਼ਨ ਸਟੇਸ਼ਨ ਤੇ ਜਿਹੜੇ ਕਰੀਬ ਮੇਰਾ ਖਿਆਲ 7,000 ਉਹਦੇ ਤੇ ਸਿਗਨੇਚਰ ਹੋ ਚੁੱਕੇ ਨੇ। ਉਹ ਹਫਤਾ 10 ਦਿਨ ਪਹਿਲਾਂ ਲਾਂਚ ਕੀਤਾ ਗਿਆ ਪਟੀਸ਼ਨ। ਤੋ ਅਸੀਂ ਪਿਛਲੇ ਬੀਤੇ ਸਨੀਚਰਵਾਰ ਨਹੀਂ, ਉਸ ਤੋਂ ਪਿਛਲਾ ਜਿਹੜਾ ਸਨੀਚਰਵਾਰ ਸੀ ਉਸ ਦਿਨ ਅਸੀਂ ਸੈਂਡਰਿੰਗਮ ਰੋਡ ਤੇ ਜਿਹੜਾ ਸਟਰੀਟ ਫੈਸਟੀਵਲ ਹੁੰਦਾ ਹਰ ਸਾਲ ਉੱਥੇ ਸੀਗੇ। ਤੋ ਬਹੁਤ ਇੰਟਰਸਟ ਉਹਦੇ 'ਚ ਸ਼ੋਅ ਕੀਤਾ ਗਿਆ, ਉਸ ਪਟੀਸ਼ਨ 'ਚ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਉਹਨੂੰ। ਤੋ ਉਹਦੇ ਪਟੀਸ਼ਨ ਦੀਆਂ ਵਨਸ ਅਗੇਨ ਇੱਕ ਤਾਂ ਇਹ ਮੰਗ ਹੈ ਕਿ ਜਿਹੜੇ ਆਫਸ਼ੋਰ ਸਟਕ ਨੇ ਉਹਨਾਂ ਨੂੰ ਜਿਸ ਤਰ੍ਹਾਂ ਸਿਟੀਜ਼ਨਸ ਨੂੰ ਵਾਪਸ ਆਉਣ ਦਿੱਤਾ ਜਾਂਦਾ ਉਸੇ ਤਰੀਕੇ ਨਾਲ ਉਹਨਾਂ ਨੂੰ ਵਾਪਸ ਆਉਣ ਦਿੱਤਾ ਜਾਵੇ। ਜਿਨ੍ਹਾਂ ਦੇ ਚਾਹੇ ਵੀਜ਼ੇ ਵੀ ਐਕਸਪਾਇਰ ਹੋਏ ਨੇ ਉਹਨਾਂ ਨੂੰ ਵੀ ਆਉਣ ਦਿੱਤਾ ਜਾਵੇ, ਕਿਉਂਕਿ ਉਹ ਵੀਜ਼ਾ ਐਕਸਟੈਂਡ ਕੀਤਾ ਜਾਵੇ। ਜਿਹੜੇ 8 ਮਹੀਨੇ 9 ਮਹੀਨੇ ਗਵਾਏ ਨੇ ਉਹਨਾਂ ਨੇ, ਉਹ ਉਹਨਾਂ ਦਾ ਆਪਣਾ ਪਰਸਨਲ ਕੋਈ ਕਸੂਰ ਨਹੀਂ ਹੈ ਉਹਦੇ 'ਚ। ਸੋ ਸਰਕਾਰ ਦਾ ਫਰਜ਼ ਬਣਦਾ ਕਿ ਉਹ ਵੀਜ਼ੇ ਐਕਸਟੈਂਡ ਕੀਤੇ ਜਾਣ। ਔਰ ਦੂਸਰੀ ਉਹਦੇ ਵਿੱਚ ਇਹ ਮੰਗ ਹੈ ਕਿ ਜਿਹੜੇ ਕਾਫੀ ਲੰਬੇ ਸਮੇਂ ਤੋਂ ਇੱਥੇ ਮਾਈਗ੍ਰੈਂਟ ਵਰਕਰ ਨੇ ਜਿਹੜੇ ਫਰੋਮ ਵਨ ਟੈਂਪਰੇਰੀ ਵੀਜ਼ਾ ਟੂ ਦ ਨੈਕਸਟ ਜਾ ਰਹੇ ਨੇ, ਉਹਨਾਂ ਨੂੰ ਇੱਕ ਪਾਥਵੇ ਟੂ ਰੈਜ਼ੀਡੈਂਸੀ ਦਿੱਤਾ ਜਾਵੇ ਤਾਂ ਕਿ ਉਹ ਜਿਹੜੀਆਂ ਇਸ ਵਕਤ ਰਿਕੁਆਇਰਮੈਂਟਸ ਨੇ ਰੈਜ਼ੀਡੈਂਸ ਅਪਲਾਈ ਕਰਨ ਲਈ ਉਹ ਸਾਰੀਆਂ ਚੀਜ਼ਾਂ ਨਹੀਂ, ਇੱਕ ਨਵਾਂ ਤਰੀਕਾ ਦਿੱਤਾ ਜਾਵੇ ਉਹਨਾਂ ਨੂੰ। ਜੀ ਉਹ ਤੇ ਜਦੋਂ ਵਿਦਿਆਰਥੀ ਲੈ ਕੇ ਆਏ ਸੀਗੇ ਉਹ ਤੇ ਵੈਬਸਾਈਟ ਤੇ ਸਿੱਧੇ ਕਹਿੰਦੇ ਵੀ ਇਟਸ ਪਾਥਵੇ ਟੂ ਰੈਜ਼ੀਡੈਂਸੀ, ਪਰ ਉਹ ਇੱਕ ਸਿਰਫ ਖੋਖਲਾ ਦਿਖਾਵਾ ਲੋਕਾਂ ਨੂੰ ਇੱਥੇ ਇੱਕ ਅਟਰੈਕਟ ਕਰਨ ਵਾਸਤੇ ਆ। ਉਹਦੇ ਵਿੱਚ ਕੋਈ ਵੀ ਖਾਣ ਇਹੋ ਜਿਹਾ ਹੈ ਨਹੀਂ ਵੀ ਜਿੰਨਾ ਤੁਸੀਂ ਸੌਖੇ ਤਰੀਕੇ ਦੇ ਨਾਲ, ਔਰ ਜਿਹੜਾ ਇਤਿਹਾਸ ਆਪਣੇ ਆਪ ਦੇ ਵਿੱਚ ਗਵਾਹ ਆ ਕਿ ਜਦੋਂ ਵੀ ਤੁਹਾਡੀ ਪੀਆਰ ਦੇ ਤੁਸੀਂ ਲਾਗੇ ਛਾਗੇ ਪਹੁੰਚਦੇ ਹੋ, ਉਹ ਰੂਲ ਬਦਲ ਦਿੱਤੇ ਜਾਂਦੇ ਨੇ, ਉਹ ਬੜੀ ਪਰਪਸਲੀ ਬਦਲੇ ਜਾਂਦੇ ਨੇ। ਉਹ ਇਸ ਲਈ ਬਦਲੇ ਜਾਂਦੇ ਨੇ ਕਿ ਉਹ ਟੈਂਪਰੇਰੀ ਬੇਸਿਸ ਤੇ ਹੀ ਉਹ ਲੋਕ ਰਹਿਣ, ਕਿਉਂਕਿ ਇਹ ਸਿਰਫ ਉਦਾਂ ਦਾ ਹੀ ਵਰਤਾਰਾ ਹੈ ਕਿ ਜਿਸ ਤਰ੍ਹਾਂ ਲੋਕਾਂ ਨੂੰ ਪਰਮਾਨੈਂਟ ਏਮਪਲੋਇਮੈਂਟ ਨਹੀਂ ਦਿੱਤੀ ਜਾਂਦੀ, ਟੈਂਪਰੇਰੀ ਕੰਟਰੈਕਟ ਦਿੱਤੇ ਜਾਂਦੇ ਨੇ ਜਾਂ ਕੈਜੂਅਲ ਕੰਟਰੈਕਟ ਦਿੱਤੇ ਜਾਂਦੇ ਨੇ। ਉਹ ਇੱਕ ਕੈਜੂਅਲਾਈਜੇਸ਼ਨ ਹੈ, ਪੂਰੀ ਸੁਸਾਇਟੀ ਦੀ ਕੈਜੂਅਲਾਈਜੇਸ਼ਨ ਹੈ। ਸੋ ਉਹ ਅਗਰ ਤੁਸੀਂ ਕਿਸੇ ਨੂੰ 5-10 ਸਾਲ ਬਾਅਦ ਉਹਨੂੰ ਰੈਜ਼ੀਡੈਂਸ ਆਸਾਨੀ ਨਾਲ ਪਰਮਾਨੈਂਟ ਰੈਜ਼ੀਡੈਂਸ ਕਿਸੇ ਨੂੰ ਮਿਲ ਜੂਗੀ, ਉਹ ਬੰਦਾ ਥੋੜਾ ਜ਼ਿਆਦਾ ਕੌਨਫੀਡੈਂਟ ਮਹਿਸੂਸ ਕਰੂਗਾ, ਪੱਕੇ ਪੈਰੀ ਇੱਥੇ ਹੋ ਜਾਊਗਾ। ਅਗਰ ਉਹਦੇ ਨਾਲ ਕੁਝ ਗਲਤ ਹੋ ਰਿਹਾ ਉਹਦੀ ਵੀ ਆਵਾਜ਼ ਉਠਾਉਣ ਦੀ ਉਹ ਹਿੰਮਤ ਰੱਖੂਗਾ। ਪਰ ਜੇ ਤੁਸੀਂ ਉਹਨੂੰ ਟੈਂਪਰੇਰੀ ਹੀ ਰੱਖੋਗੇ, ਉਹ ਸਾਰਾ ਕੁਝ ਤੁਸੀਂ ਦਬਾ ਕੇ ਰੱਖਦੇ ਹੋ। ਸੋ ਉਹ ਸਰਕਾਰਾਂ ਨੂੰ ਉਹ ਚੀਜ਼ ਸੂਟ ਕਰਦੀ ਹੈ, ਐਮਪਲੋਇਰਸ ਨੂੰ ਵੀ ਉਹ ਸੂਟ ਕਰਦੀ ਹੈ ਕਾਫੀ ਹੱਦ ਤੱਕ। ਸੋ ਇਹ ਕਾਰਨ ਨੇ ਕਿ ਉਹ ਰੂਲ ਜਿਹੜੇ ਬਦਲੇ ਜਾਂਦੇ ਨੇ, ਨਾ ਕਿ ਲੋਕ ਉਹਦੇ ਖਿਲਾਫ ਕੋਈ ਆਵਾਜ਼ ਉਠਾਉਂਦਾ ਆ, ਕੋਈ ਜਥੇਬੰਦੀਆਂ ਲੜਦੀਆਂ ਨੇ, ਯੂਨੀਅਨਸ ਉਹਦੇ ਲਈ ਕੰਮ ਕਰਦੀਆਂ ਨੇ, ਉਹ ਕਾਰਨ ਨਹੀਂ ਹੈਗੇ। ਸੋ ਇੱਕ ਤਾਂ ਇਹ ਮੰਗ ਹੈ ਕਿ ਜਿਹੜੇ ਲੰਬੇ ਸਮੇਂ ਤੋਂ ਉੱਥੇ ਨੇ ਉਹਨਾਂ ਨੂੰ ਇੱਕ ਪਾਥਵੇ ਟੂ ਰੈਜ਼ੀਡੈਂਸ ਦਿੱਤਾ ਜਾਵੇ। ਦੂਸਰਾ, ਜਿਹੜੇ ਲੰਬੇ ਸਮੇਂ ਤੋਂ ਨਹੀਂ ਵੀ ਨੇ, ਥੋੜੇ ਚਿਰ ਤੋਂ ਹੀ ਇੱਥੇ ਨੇ, ਪਰ ਉਹਨਾਂ ਕੋਲ ਕੋਈ ਇਹੋ ਜਿਹੇ ਖਾਸ ਸਕਿੱਲਸ ਨੇ ਜਿਨ੍ਹਾਂ ਦੀ ਨਿਊਜ਼ੀਲੈਂਡ ਨੂੰ ਜ਼ਰੂਰਤ ਹੈ, ਉਹਨਾਂ ਨੂੰ ਵੀ ਉਹੀ ਪਾਥਵੇ ਟੂ ਰੈਜ਼ੀਡੈਂਸੀ ਦਿੱਤਾ ਜਾਵੇ। ਉਸ ਤੋਂ ਬਾਅਦ ਜਿਹੜੇ ਫਸੇ ਨੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ। ਸੋ ਇਹ ਇੰਨੀਆਂ ਬੇਸਿਕ ਜੀਆਂ ਸਾਡੀਆਂ ਮੰਗਾਂ ਨੇ ਇਸ ਪਟੀਸ਼ਨ ਦੀਆਂ। ਤੋ ਅਸੀਂ ਆਉਂਦੇ ਸਨੀਚਰਵਾਰ ਫਿਰ ਗ੍ਰੇ ਲਿਨ ਪਾਰਕ ਵਿੱਚ ਫੈਸਟੀਵਲ ਹੈ, ਗ੍ਰੇ ਲਿਨ ਫੈਸਟੀਵਲ ਜਿਹੜਾ ਮੇਰੇ ਖਿਆਲ ਸਾਲਾਨਾ ਇਵੈਂਟ ਹੈ, ਉੱਥੇ ਅਸੀਂ ਫਿਰ ਮੌਜੂਦ ਹੋਵਾਂਗੇ ਸਵੇਰ ਦੇ 9:30 ਵਜੇ ਤੋਂ ਲੈ ਕੇ ਦੁਪਹਿਰ 4 ਵਜੇ ਤੱਕ। ਤੋ ਇਹ ਜਿਹੜਾ ਪਟੀਸ਼ਨ ਹੈ ਅਸੀਂ ਉੱਥੇ ਵੀ ਲੈ ਕੇ ਜਾਵਾਂਗੇ। ਤੋ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਉੱਥੇ ਵੀ ਪਹੁੰਚੋ। ਅਸੀਂ ਜਲਦੀ ਹੀ ਫੇਸਬੁੱਕ ਤੇ ਵੀ ਇਹਦੀ ਇਨਫੋਰਮੇਸ਼ਨ ਜਿਹੜੀ ਹੈ
ਸ਼ੇਅਰ ਕਰਾਂਗੇ। ਉਸ ਤੋਂ ਇਲਾਵਾ ਸਾਨੂੰ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਥੋੜ੍ਹੀ ਬਹੁਤੀ ਮਦਦ ਦੀ, ਇਨ ਦ ਸੈਂਸ ਕਿ ਜਦੋਂ ਅਸੀਂ ਉਹ ਪਟੀਸ਼ਨ ਦੇ ਸਿਗਨੇਚਰ ਜਿਹੜੇ ਪੇਪਰ ਪਟੀਸ਼ਨ ਇਕੱਠੇ ਕਰ ਲੈਂਦੇ ਹਾਂ, ਉਹ ਫਿਰ ਵੋਲੰਟੀਅਰ ਸਾਨੂੰ ਚਾਹੀਦੇ ਹੁੰਦੇ ਆ ਕਿ ਉਹ ਡੇਟਾ ਇਨਪੁਟ ਜਿਹੜਾ ਉਹ ਡੇਟਾ ਐਂਟਰੀ ਕੀਤੀ ਜਾਵੇ ਤਾਂ ਕਿ ਅਸੀਂ ਉਹ ਫਿਰ ਵੱਧ ਤੋਂ ਵੱਧ ਲੋਕਾਂ ਨੂੰ ਕੰਟੈਕਟ ਕਰ ਸਕੀਏ ਆਉਣ ਵਾਲੇ ਇਵੈਂਟਸ ਲਈ। ਸੋ ਐਂਡ ਔਨ ਦ ਡੇ ਜਿਹੜਾ ਸੈਂਡਰਿੰਗਮ ਰੋਡ ਤੇ ਹੋਇਆ ਸੀਗਾ ਫੈਸਟੀਵਲ, ਉਹਦੇ ਵਿੱਚ ਤਾਂ ਕਾਫੀ ਸਾਰੇ ਜਿਹੜੇ ਸਾਡੀਆਂ ਮੀਟਿੰਗਸ 'ਚ ਆਉਂਦੇ ਨੇ 5-6 ਜਣੇ ਲੋਕ ਜਿਹੜੇ ਉਹਨਾਂ ਨੇ ਕਾਫੀ ਮਦਦ ਕੀਤੀ ਉਸ ਦਿਨ। ਸੋ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ। ਸੋ ਇਸ ਤਰ੍ਹਾਂ ਹੀ ਅਸੀਂ ਚਾਹਾਂਗੇ ਕਿ ਹੋਰ ਲੋਕ ਅੱਗੇ ਆਉਣ, ਮਦਦ ਕਰਨ। ਉਹ ਜਿਹੜਾ ਸਾਡਾ ਕਾਫਲਾ ਆ ਉਹ ਵੀ ਫਿਰ ਵੱਧਦਾ ਜਾਏਗਾ। ਜਿੰਨੇ ਜ਼ਿਆਦਾ ਲੋਕ ਇਸ ਚੀਜ਼ 'ਚ ਜੁੜਨਗੇ ਓਨਾ ਜ਼ਿਆਦਾ ਆਵਾਜ਼ ਜਿਹੜੀ ਹੈ ਅੱਗੇ ਤੱਕ ਜਾਏਗੀ। ਇਹਦੇ ਵਿੱਚੋਂ ਪਟੀਸ਼ਨਸ ਪਿਛਲੇ 5-6 ਮਹੀਨਿਆਂ 'ਚ ਕਾਫੀ ਸਾਰੇ ਪਟੀਸ਼ਨਸ ਆਏ ਨੇ, ਹੁਣ ਵੀ ਮੈਂ ਦੇਖ ਰਹੀ ਹਾਂ ਹੋਰ ਵੀ ਆਉਂਦੇ ਆ। ਪਾਰਲੀਮੈਂਟ 'ਚ ਬਹੁਤ ਪਟੀਸ਼ਨਸ ਇਸ ਵਕਤ ਹੋ ਰਹੇ ਨੇ। ਤੋ ਉਹਦੇ ਵਿੱਚ ਕੁਝ ਇੱਕ ਲੋਕ ਸਾਨੂੰ ਇਹ ਵੀ ਪੁੱਛਦੇ ਨੇ ਕਿ ਇਹ ਤੁਹਾਡਾ ਪਟੀਸ਼ਨ ਕਿਹਨੂੰ ਜਾਏਗਾ। ਸੋ ਉਹ ਇਮੀਗ੍ਰੇਸ਼ਨ ਮਿਨਿਸਟਰ ਨੂੰ ਜਾਏਗਾ ਜਦੋਂ ਅਸੀਂ ਉਹਨੂੰ ਫਾਈਨਲਾਈਜ਼ ਕਰ ਲਾਂਗੇ। ਉਹ ਅਸੀਂ ਸਾਡੇ ਤੇ ਆਈ ਸਪੋਜ਼ ਕਿ ਅਸੀਂ ਉਹਨੂੰ ਕਦੋਂ ਬੰਦ ਕਰਨਾ ਚਾਹੁੰਦੇ ਹਾਂ, ਵੈਦਰ ਅਸੀਂ ਉਹ ਇੱਕ ਕਿਸੇ ਟਾਈਮ ਪੀਰੀਅਡ ਤੱਕ ਉਹ ਪਟੀਸ਼ਨ ਖੁੱਲ੍ਹਾ ਰਹਿਣਾ ਜਾਂ ਸਾਨੂੰ ਉਹਦੇ ਤੇ 20,000 5 ਲੱਖ ਜਾਂ ਕਿੰਨੇ ਸਿਗਨੇਚਰ ਉਹਦੇ ਤੇ ਹੋ ਜਾਂਦੇ ਆ ਤਾਂ ਅਸੀਂ ਬੰਦ ਕਰਾਂਗੇ। ਉਹ ਸਾਡੇ ਤੇ ਆ। ਤੋ ਜਿਹੜੇ ਪਾਰਲੀਮੈਂਟ 'ਚ ਪਟੀਸ਼ਨ ਜਾਂਦੇ ਨੇ ਉਹਨਾਂ ਦਾ ਇੱਕ ਬੜਾ ਇੱਕ ਬਿਊਰੋਕਰੈਟਿਕ ਪ੍ਰੋਸੈਸ ਹੈ। ਉਹ ਸਾਨੂੰ ਅਸੀਂ ਸਟ੍ਰੈਟੇਜਿਕਲੀ ਇਹ ਪਟੀਸ਼ਨ ਨੂੰ ਪਾਰਲੀਮੈਂਟ ਵਿੱਚ ਨਹੀਂ ਅਸੀਂ ਕੀਤਾ, ਜਾਣਾ ਤਾਂ ਇਮੀਗ੍ਰੇਸ਼ਨ ਮਿਨਿਸਟਰ ਨੂੰ ਹੀ ਹੈ, ਪਰ ਅਸੀਂ ਉਹ ਪਾਰਲੀਮੈਂਟ ਵਾਲੇ ਪਟੀਸ਼ਨ ਰੂਟ ਤੋਂ ਨਹੀਂ ਕੀਤਾ ਕਿਉਂਕਿ ਉਹ ਸਾਨੂੰ ਬੜਾ ਰਿਸਟ੍ਰਿਕਟਿਵ ਲੱਗਿਆ। ਉਹਦੇ ਵਿੱਚ ਇੱਕ ਤਾਂ ਇਹ ਹੈ ਕਿ ਤੁਸੀਂ ਬਹੁਤ ਲਿਮਿਟਿਡ ਜੀ ਜਾਣਕਾਰੀ ਦੇ ਸਕਦੇ ਹੋ ਜਦੋਂ ਤੁਸੀਂ ਫਾਈਲ ਕਰਦੇ ਹੋ ਪਟੀਸ਼ਨ। ਉਹ ਵਰਡ ਕਾਊਂਟ ਹੁੰਦਾ ਹੈ ਉੱਥੇ। ਸੋ ਤੁਸੀਂ ਆਪਣੀ ਜਿਹੜੀ ਤੁਹਾਡਾ ਇਸ਼ੂ ਹੈ, ਜਿਹੜੀ ਤੁਹਾਡੀਆਂ ਉਹਦਾ ਸੋਲੂਸ਼ਨ ਤੁਸੀਂ ਪੇਸ਼ ਕਰ ਰਹੇ ਹੋ, ਜੋ ਤੁਹਾਡੀਆਂ ਮੰਗਾਂ ਨੇ ਉਹ ਵੀ ਤੁਸੀਂ ਪ੍ਰੋਪਰਲੀ ਨਹੀਂ ਰੱਖ ਪਾਉਂਦੇ। ਉਹ ਇੰਨਾ ਲਿਮਿਟਿਡ ਉਹਦਾ ਹੁੰਦਾ ਹੈ ਵਰਡ ਕਾਊਂਟ। ਸੋ ਇੱਕ ਇਹ ਸਭ ਤੋਂ ਵੱਡਾ ਰੀਜ਼ਨ ਸੀਗਾ। ਦੂਸਰਾ ਉਹ ਜਿਹੜੇ ਪਾਰਲੀਮੈਂਟ ਵਾਲੇ ਪਟੀਸ਼ਨ ਨੇ ਉਹਨਾਂ ਦਾ ਕੌਣ ਸਾਈਨ ਕਰ ਰਿਹਾ, ਕੀ ਕਰ ਰਿਹਾ, ਉਹ ਅਸੀਂ ਉਹਨਾਂ ਲੋਕਾਂ ਦੇ ਨਾਲ ਜੋੜ ਨਹੀਂ ਸਕਦੇ ਹੁੰਦੇ ਪਾਰਲੀਮੈਂਟ ਵਾਲੇ ਪਟੀਸ਼ਨ ਦੇ ਥਰੂ। ਇਹ ਜਿਹੜਾ ਐਕਸ਼ਨ ਸਟੇਸ਼ਨ ਜਾਂ ਹੋਰ ਜਿਹੜੇ ਇਹੋ ਜਿਹੇ ਆਰਗੇਨਾਈਜੇਸ਼ਨਸ ਨੇ, ਐਕਸ਼ਨ ਸਟੇਸ਼ਨ ਵਾਲੇ ਜਿਹੜੇ ਨੇ ਉਹ ਇੱਕ ਐਕਟਿਵਿਸਟ ਬੇਸ ਆ। ਉਹ ਜਿਹੜੀ ਸਾਡੀ ਵਿਚਾਰਧਾਰਾ ਹੈ ਉਹਨਾਂ ਦੀ ਵੀ ਉਹੀ ਵਿਚਾਰਧਾਰਾ ਹੈ। ਇਸ ਕਰਕੇ ਵੀ ਸਾਨੂੰ ਇਹ ਵਾਜਬ ਲੱਗਿਆ ਕਿ ਉਹ ਸਾਡੀ ਉਹ ਬੜੇ ਸਿਲੈਕਟਿਵ ਨੇ। ਉਹ ਹਰ ਇੱਕ ਚੀਜ਼ ਦਾ ਪਟੀਸ਼ਨ ਉਹ ਆਪਣੇ ਪਲੇਟਫਾਰਮ ਤੋਂ ਨਹੀਂ ਲਾਂਚ ਹੋਣ ਦਿੰਦੇ। ਸੋ ਉਹ ਇਹ ਸਾਡੇ ਸਾਰੀ ਚੀਜ਼ ਨਾਲ ਸਹਿਮਤ ਸੀਗੇ ਤਾਂ ਉਹਨਾਂ ਨੇ ਸਾਨੂੰ ਮਨਜ਼ੂਰੀ ਦਿੱਤੀ ਕਿ ਅਸੀਂ ਤੁਹਾਡਾ ਪਟੀਸ਼ਨ ਹੈ ਆਪਣੇ ਪਲੇਟਫਾਰਮ ਤੋਂ ਲਾਂਚ ਕਰਾਂਗੇ। ਸੋ ਇਹ ਸਾਡੇ ਲਈ ਅਸੀਂ ਕਿਉਂਕਿ ਪਿਛਲੇ ਹਫਤੇ ਵੀ ਉਹ ਪ੍ਰੋਗਰਾਮ ਸੀਗਾ ਕਿ ਸਾਡਾ ਕਿਹੜੀਆਂ ਜਥੇਬੰਦੀਆਂ ਨਾਲ ਤਾਲਮੇਲ ਹੋਵੇ। ਸੋ ਉਹ ਸਾਡੇ ਹਮੇਸ਼ਾ ਗੱਲ ਫੋਰਫਰੰਟ ਤੇ ਹੁੰਦੀ ਆ। ਸੋ ਦੈਟ ਵਾਜ਼ ਅਨਦਰ ਰੀਜ਼ਨ। ਉਸ ਤੋਂ ਇਲਾਵਾ ਅਸੀਂ ਪਹੁੰਚ ਕਰ ਸਕਦੇ ਹਾਂ ਜਿੰਨੇ ਵੀ ਉਹ 6-7 ਹਜ਼ਾਰ ਲੋਕ ਜਿਨ੍ਹਾਂ ਨੇ ਸਾਈਨ ਕੀਤਾ, ਅਸੀਂ ਉਹਨਾਂ ਨਾਲ ਰਾਬਤਾ ਕਰ ਸਕਦੇ ਹਾਂ ਐਨੀ ਟਾਈਮ। ਉਹ ਸਾਡੇ ਲਈ ਇੱਕ ਮੇਰਾ ਖਿਆਲ ਹੈ ਹਰ ਇੱਕ ਲਈ ਉਹ ਵੱਡੀ ਗੱਲ ਹੋਣੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਅਪਡੇਟ ਕਰ ਸਕਦੇ ਹਾਂ ਕਿ ਕੀ ਚੱਲ ਰਿਹਾ। ਜੀ ਬਿਲਕੁਲ। ਔਰ ਜਿਹੜਾ ਪਾਰਲੀਮੈਂਟ ਵਾਲਾ ਪਟੀਸ਼ਨ ਹੈ ਉਹ ਪਾਰਲੀਮੈਂਟ ਵਿੱਚ ਕਿਸੇ ਨਾ ਕਿਸੇ MP ਨੂੰ ਪੇਸ਼ ਕਰਨਾ ਪੈਂਦਾ ਆ। ਸੋ ਇਹ ਜਿਹੜਾ ਅਸੀਂ ਇਹ ਸਿੱਧਾ ਮੰਤਰੀ ਤੱਕ ਪਹੁੰਚ ਕਰਾਂਗੇ, ਮੰਤਰੀ ਨੂੰ ਜਾਣਗੇ ਸਿੱਧੇ ਉਹ ਸਿਗਨੇਚਰਸ ਬਾਈ ਈਮੇਲ। ਹਾਂ, ਬੇਸ਼ੱਕ ਸਾਡੇ ਨਾਲ ਫੋਰ ਐਗਜ਼ਾਮਪਲ ਰਿਕਾਰਡੋ ਮੈਨੇਂਡੇਜ਼ ਜਿਹੜੇ ਗ੍ਰੀਨ ਪਾਰਟੀ ਦੇ, ਉਹ ਸਾਡੇ ਨਾਲ ਨੇ ਪਾਰਲੀਮੈਂਟ 'ਚ। ਫਿਰ ਉਸ ਤੋਂ ਬਾਅਦ ਉੱਥੇ ਵੋਟ ਪੈਂਦੀ ਹੈ, ਮੈਜੋਰਿਟੀ ਵੋਟ ਚਾਹੀਦੀ ਹੈ ਕਿ ਇਹ ਪਟੀਸ਼ਨ ਜਿਹੜਾ ਇਸ ਤੋਂ ਅੱਗੇ ਜਾਏਗਾ ਜਾਂ ਨਹੀਂ ਜਾਏਗਾ। ਸੋ 120 MP ਨੇ 61 ਅਗਰ ਵੋਟ ਪਾਉਣਗੇ ਤੁਹਾਡੇ ਪਟੀਸ਼ਨ ਦੇ ਹੱਕ 'ਚ ਤਾਂ ਉਹ ਕਿਸੇ ਪਾਸੇ ਅੱਗੇ ਜਾਏਗਾ। ਉਸ ਤੋਂ ਬਾਅਦ ਉਹ ਸਿਲੈਕਟ ਕਮੇਟੀ ਚੁਣੀ ਜਾਏਗੀ, ਉਹ ਕਮੇਟੀ ਬੈਠੇਗੀ, ਉਹਦੀ ਸੁਣਵਾਈ ਕਰੇਗੀ, ਉਹਦਾ ਕੁਛ ਨਿਕਲੇਗਾ। ਮਤਲਬ ਕਿ ਮਹੀਨਿਆਂ ਬੱਧੀ ਆਈ ਵੁੱਡ ਸੇ ਕਿ 6 ਮਹੀਨੇ ਸਾਲ ਆਰਾਮ ਨਾਲ ਲੈ ਕੇ ਚੱਲੋ। ਸੋ ਉਹ ਸਾਨੂੰ ਉਹ ਲੱਗਦਾ ਕਿ ਕੋਈ ਬੜਾ ਲੈਂਥੀ ਪ੍ਰੋਸੈਸ ਹੈ। ਉਹਦੇ 'ਚ ਵੀ ਕੋਈ ਗਰੰਟੀ ਨਹੀਂ ਹੈ ਕਿ ਉਹ ਤੁਹਾਡਾ ਪਟੀਸ਼ਨ ਕਿਸੇ ਪਾਸੇ ਲੱਗੇਗਾ। ਔਰ ਜਿਸ ਤਰ੍ਹਾਂ ਇਹ ਜਿਹੜਾ ਐਕਸ਼ਨ ਸਟੇਸ਼ਨ ਜਾਂ ਹੋਰ ਪਲੇਟਫਾਰਮਸ ਨੇ ਜਿਹੜੇ, ਉਸ ਤਰੀਕੇ ਨਾਲ ਅਸੀਂ ਇੱਕ ਪਬਲਿਕ ਇੰਟਰਸਟ ਵੀ ਕ੍ਰੀਏਟ ਕਰ ਸਕਦੇ ਹੁੰਦੇ ਹਾਂ, ਜਿਹੜਾ ਕਿ ਪਾਰਲੀਮੈਂਟ ਵਾਲੇ ਪਟੀਸ਼ਨ ਨਾਲ ਉਹ ਇੱਕ ਰਿਸਟ੍ਰਿਕਸ਼ਨ ਆ ਉਹਨਾਂ ਨਹੀਂ ਹੋ ਸਕਦਾ ਹੁੰਦਾ। ਤੋ ਇਹ ਸਾਡੇ ਕਾਰਨ ਸਨ ਕਿ ਅਸੀਂ ਉਹ ਪਾਰਲੀਮੈਂਟ ਵਾਲਾ ਰੂਟ ਨਹੀਂ ਲਿਆ। ਅਗਰ ਲੋਕਾਂ ਨੂੰ
ਹੋਰ ਪਟੀਸ਼ਨ ਹੈਗੇ ਨੇ ਪਾਰਲੀਮੈਂਟ 'ਚ ਲੱਗੇ ਹੋਏ ਨੇ। ਇੱਕ ਹੋਰ ਰਾਇਨ ਉਹਨਾਂ ਦਾ ਨਾਮ ਹੈ, ਉਹਨਾਂ ਦੇ ਪਟੀਸ਼ਨ 'ਚ ਮੇਰੇ ਖਿਆਲ 50,000 ਤੋਂ ਉੱਪਰ ਸਿਗਨੇਚਰ ਨੇ। ਤੋ ਉਹ ਐਮਨਿਸਟੀ ਮੰਗ ਰਹੇ ਨੇ ਸਾਰੇ ਹੀ ਮਾਈਗ੍ਰੈਂਟਸ ਵਾਸਤੇ, ਟੈਂਪਰੇਰੀ ਵੀਜ਼ਾ ਵਾਲੇ। ਸੋ ਉਹ ਬੜੀ ਬਰੀਫ ਡਿਸਕ੍ਰਿਪਸ਼ਨ ਆ। ਸੋ ਉਹਨਾਂ ਨਾਲ ਵੀ ਸਾਡੀ ਬਿਲਕੁਲ ਗੱਲਬਾਤ ਹੋਈ ਹੈ। ਉਹ ਅਸੀਂ ਉਹਨਾਂ ਦੇ ਪਟੀਸ਼ਨ ਨੂੰ ਸਪੋਰਟ ਕਰਦੇ ਹਾਂ, ਉਹ ਸਾਡੇ ਪਟੀਸ਼ਨ ਨੂੰ ਬਿਲਕੁਲ ਸਪੋਰਟ ਕਰਦੇ ਨੇ। ਸੋ ਉਹ ਸਾਈਡ ਬਾਈ ਸਾਈਡ ਚੱਲ ਸਕਦੇ ਨੇ ਦੋਨੋਂ ਪਟੀਸ਼ਨ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਕਿਉਂਕਿ ਉਹ ਸੇਮ ਇਸ਼ੂ ਤੇ ਕੰਮ ਹੋ ਰਿਹਾ। ਤੋ ਇਹੋ ਜਿਹੇ ਗੱਲਾਂ ਬਾਤਾਂ ਨੇ ਜਿਹੜੀਆਂ ਚੱਲ ਰਹੀਆਂ ਨੇ। ਸੋ ਆਉਣ ਦੇ ਸਮੇਂ 'ਚ ਸਾਡੀ ਵੀ ਇਹੋ ਹੀ ਕੋਸ਼ਿਸ਼ ਰਹਿਣੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਹੈ ਅਟਰੈਕਸ਼ਨ ਔਰ ਪਬਲਿਕ ਇੰਟਰਸਟ ਜਿਹੜਾ ਬਿਲਡ ਕਰ ਸਕੀਏ। ਕਿਉਂਕਿ ਅਸੀਂ ਸੈਂਡਰਿੰਗ ਵਾਲੇ ਫੈਸਟੀਵਲ 'ਚ ਦੇਖਿਆ ਕਿ ਸਿਰਫ ਭਾਰਤੀ ਮੂਲ ਦੇ ਲੋਕ ਨਹੀਂ, ਹਰ ਇੱਕ ਵਿਅਕਤੀ ਜਿਹੜਾ ਉਹ ਸਾਡੇ ਸਟਾਲ ਦੇ ਅੱਗੋਂ ਗੁਜ਼ਰ ਰਿਹਾ ਸੀਗਾ ਬਕਾਇਦਾ ਇੰਟਰਸਟਿਡ ਸੀਗਾ ਔਰ ਰੁਕ ਕੇ ਗੱਲਬਾਤ ਕਰ ਰਹੇ ਸੀ ਸਾਰੇ। ਔਰ ਕਈ ਲੋਕਾਂ ਨੂੰ, ਕਾਫੀ ਸਾਰੇ ਲੋਕਾਂ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਜਿਹੜੇ ਵੀਜ਼ਾ ਵਰਕਰਸ ਨੇ ਉਹ ਕਿਹੋ ਜਿਹੀਆਂ ਮੁਸ਼ਕਲਾਂ ਚੋਂ ਨਿਕਲਦੇ ਨੇ। ਸੋ ਉਹਨਾਂ ਨਾਲ ਜਦੋਂ ਅਸੀਂ ਉਹ 2 ਮਿੰਟ ਲਗਾ ਕੇ ਉਹ ਸਾਰੀ ਉਹ ਕਨਵਰਸੇਸ਼ਨ ਕੀਤੀ ਉਹਨਾਂ ਨਾਲ, ਤਾਂ ਇੱਕਦਮ ਉਹਨਾਂ ਦੀਆਂ ਸ਼ਕਲਾਂ ਤੋਂ ਪਤਾ ਲੱਗਾ ਸੀਗਾ ਕਿ ਉਹ ਅੱਛਾ ਇੱਦਾਂ ਵੀ ਹੁੰਦਾ ਆ। ਸੋ ਉਹ ਜਿਹੜਾ ਇੱਕ ਇਸ ਕਿਸਮ ਦੇ ਪਟੀਸ਼ਨ ਹੈ, ਅਸੀਂ ਉਹਨਾਂ ਨੂੰ ਉੱਥੋਂ ਤੱਕ ਲਿਜਾ ਸਕਦੇ ਹੁੰਦੇ ਹਾਂ। ਸੋ ਇਹ ਵੀ ਇੱਕ ਬੜਾ ਵੱਡਾ ਐਡਵਾਂਟੇਜ ਹੈ ਕਿ ਅਸੀਂ ਬਕਾਇਦਾ ਲੋਕਾਂ 'ਚ, ਕਮਿਊਨਿਟੀ 'ਚ ਜਾ ਸਕਦੇ ਹਾਂ ਇਹ ਸਾਰੀ ਗੱਲਬਾਤ ਨੂੰ ਲੈ ਕੇ। ਤੋ ਉਸ ਤੋਂ ਬਾਅਦ ਵੈਲਿੰਗਟਨ 'ਚੋਂ ਵੀ ਸਾਨੂੰ ਥੋੜਾ ਕਾਫੀ ਇੰਟਰਸਟ ਸ਼ੋ ਹੋਇਆ ਹੈ। ਤੋ ਉਹ ਵੀ ਅਸੀਂ ਬਿਹਾਈਂਡ ਦ ਸੀਨਸ ਕੰਮ ਚੱਲ ਰਿਹਾ ਕਿ ਉਹ ਵੈਲਿੰਗਟਨ 'ਚ ਜਿਹੜੀ ਕਮਿਊਨਿਟੀ ਹੈ ਉਹਨਾਂ ਨਾਲ ਅਸੀਂ ਕਿਸ ਤਰ੍ਹਾਂ ਕੰਮ ਕਰ ਸਕਦੇ ਹਾਂ। ਅਸੀਂ ਆਕਲੈਂਡ ਬੇਸਡ ਹੋਣ ਕਰਕੇ ਥੋੜਾ ਜਿਹਾ ਟ੍ਰਿਕੀ ਹੋ ਜਾਂਦਾ ਆ, ਪਰ ਉੱਥੇ ਸਾਡੇ ਚੰਗੇ ਸਾਥੀ ਬੈਠੇ ਨੇ 2-3, ਸੋ ਉਹਨਾਂ ਦੇ ਨਾਲ ਮਿਲ ਕੇ ਸੋ ਉੱਥੇ ਵੀ ਕਮਿਊਨਿਟੀ ਇਵੈਂਟਸ 'ਚ ਇਹਦੇ ਤੇ ਆਉਂਦੇ ਸਮੇਂ 'ਚ ਜ਼ਰੂਰ ਕੰਮ ਕੀਤਾ ਜਾਊਗਾ। ਤੋ ਮੇਰਾ ਖਿਆਲ ਸਾਡੀਆਂ ਗੱਲਾਂ ਬਾਤਾਂ ਕਰੀਬ ਇੰਨੀਆਂ ਕਿ ਨੇ ਅੱਜ ਭਾਰਤੀ, ਜੇਕਰ ਤੁਹਾਡੇ ਕੋਲ ਕੋਈ। ਹਾਂਜੀ, ਮੈਂ ਤੇ ਛੋਟੀ ਜਿਹੀ ਗੱਲਬਾਤ ਐਡ ਕਰਨਾ ਚਾਹੁੰਦਾ ਸੀਗਾ ਜੀ ਕਿ ਜਿਹੜੀ ਨਿਊਜ਼ੀਲੈਂਡ ਦੇ ਵਿੱਚ ਖਾਸ ਕਰਕੇ ਆਪਣੇ ਭਾਰਤੀ ਭਾਈਚਾਰੇ ਦੇ ਵਿੱਚ ਯੂਨੀਅਨ ਦਾ ਇਨਫਲੂਐਂਸ ਵਧਣਾ ਔਰ ਲੋਕਾਂ ਦੇ ਵਿੱਚ ਉਹਦੀ ਅਵੇਅਰਨੈਸ ਹੋਣੀ, ਉਹਦੇ ਨਾਲ ਦੀ ਨਾਲ ਅਸੀਂ ਬਾਰ-ਬਾਰ ਇਹ ਗੱਲ ਕਹਿੰਦੇ ਹੁੰਦੇ ਹਾਂ ਕਿ ਅਸੀਂ ਤੇ ਹਜੇ ਤੱਕ ਥੋੜ੍ਹੇ ਜਿਹੇ ਕਦਮ ਥੋੜ੍ਹਾ ਹੌਲੀ-ਹੌਲੀ ਚੁੱਕਦੇ ਹਾਂ। ਪਰ ਇੱਕ ਨੌਜਵਾਨਾਂ ਨੇ ਇੱਕ ਛੋਟੀ ਜਿਹੀ ਲਘੂ ਫਿਲਮ ਟੂ ਫੇਸ ਕਰਕੇ ਬਣਾਈ ਹੈ। ਸੋ ਉਹਦੇ ਵਿੱਚ ਉਹਨਾਂ ਨੇ ਜਿਹੜੀ ਪ੍ਰਵਾਸੀ ਕਾਮਿਆਂ ਦੀ, ਵਿਦਿਆਰਥੀਆਂ ਦੀ ਜਿਹੜੀ ਲੁੱਟ ਖਸੁੱਟ ਹੈ ਔਰ ਨਾਲੇ ਉਹਨਾਂ ਦਾ ਜਿਹੜਾ ਫਿਜ਼ੀਕਲੀ ਤੇ ਮੈਂਟਲੀ ਜਿਹੜਾ ਅਬਿਊਜ਼ ਵਾ ਉਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ ਅਸੀਂ ਇਹਦੀ ਸਰਾਹਨਾ ਕਰਦੇ ਹਾਂ। ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ, ਉਹਨਾਂ ਨਾਲ ਗਾਲੀ ਗਲੋਚ ਹੋਇਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ, ਅਸੀਂ ਇਹ ਚੀਜ਼ਾਂ ਬਹੁਤ ਪਹਿਲੇ ਦੀਆਂ ਸਹਿੰਦੀਆਂ ਆ ਰਹੇ ਨੇ, ਪਰ ਹੁਣ ਵੀ ਚੱਲਦਾ ਰਹਿੰਦਾ। ਪਰ ਇਹ ਕਦੇ ਵੀ ਨਹੀਂ ਹੋ ਸਕਦਾ ਹੈਗਾ ਕਿ ਇਹ ਸਿਰਫ ਤੇ ਸਿਰਫ ਜੇ ਅਸੀਂ ਇਹ ਨਿਊਜ਼ੀਲੈਂਡ ਦੇ ਵਿੱਚ ਸ਼ੁਰੂ ਕੀਤਾ ਹੈ ਜਾਂ ਸਾਡੇ ਤੋਂ ਇਲਾਵਾ ਜੇ ਅਸੀਂ ਕੱਲ ਨੂੰ ਨਹੀਂ ਰਹਿੰਦੇ ਤੇ ਇਹ ਖਤਮ ਹੋ ਜਾਣਾ, ਇਹ ਬਿਲਕੁਲ ਭੁਲੇਖਾ ਹੈ। ਇਹ ਹਮੇਸ਼ਾ ਹੀ ਜਿਹੜੀ ਇਹ ਲੁੱਟਣ ਵਾਲੀ ਤੇ ਲੁੱਟ ਹੋਣ ਵਾਲੀ ਜਮਾਤ ਰਹਿੰਦੀ ਹੈ ਤੇ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਕਲਾਸ ਕਨਫਲਟੇਸ਼ਨ ਹੈ ਜਿਹੜਾ ਉਹ ਸੰਘਰਸ਼ ਵੀ ਜਿਹੜਾ ਉਹ ਇੱਦਾਂ ਹੀ ਹੁੰਦਾ ਰਹਿਣਾ ਆ। ਇਹ ਸੱਚ ਹੋਇਆ, ਇੱਕ ਕੁਦਰਤੀ ਸੱਚ ਹੋਇਆ, ਇਹਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ। ਸੋ ਮੈਂ ਤੇ ਇਹ ਗੱਲ ਕਹੂੰਗਾ ਕਿ ਉਹਨਾਂ ਨੂੰ ਅਸੀਂ ਇੰਟਰਵਿਊ ਵੀ ਦੇਖ ਰਹੇ ਸੀ ਉਹਨਾਂ ਦੀ, ਜਿਹੜੇ ਉਹਨਾਂ ਨੂੰ ਜਰਨਲਿਸਟ ਸਵਾਲ ਪੁੱਛ ਰਹੇ ਸੀਗੇ, ਉਹੀ ਬਾਰ-ਬਾਰ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਤਾਲੀ ਦੋਨਾਂ ਹੱਥਾਂ ਨਾਲ ਨਹੀਂ ਵੱਜਦੀ। ਬਿਲਕੁਲ ਇੱਕ ਕੀ ਇਹਨੂੰ ਸਵਾਲ ਦਾ ਇੱਕ ਤਾਲੀ ਵਜਾਉਣੇ ਵਾਲਾ ਜਿਹੜਾ ਮਿਲੀਨੀਅਰ ਬਿਲੀਨੀਅਰ ਹੈ ਜਿਹਦੇ ਕੋਲ ਸਾਰੀਆਂ ਸ਼ਕਤੀਆਂ ਨੇ ਤੇ ਦੂਜੇ ਪਾਸੇ ਜਿਹਦੇ ਕੋਲੇ ਸਾਰੇ ਹੀਲੇ ਜਿਹੜੇ ਨੇ ਉਹ ਖਤਮ ਹੋ ਚੁੱਕੇ ਨੇ। ਹਮੇਸ਼ਾ ਕਿੰਨੀਆਂ ਉਹਦੇ ਹੱਥ ਵੱਢ ਦਿੱਤੇ ਗਏ, ਉਹਦੇ ਕੋਲੋਂ ਕਾਬਲੀਅਤ ਹੀ ਨਹੀਂ ਹੈਗੀ ਕਿ ਉਹ ਤਾੜੀ ਵਜਾ ਸਕੇ, ਉਹਦੇ ਹੱਥ ਕੱਟ ਦਿੱਤੇ ਗਏ ਨੇ। ਸੋ ਇਹ ਜਿਹੜੇ ਸਵਾਲ ਬਾਰ-ਬਾਰ ਮੀਡੀਆ ਦੇ ਉੱਪਰ ਕੀਤੇ ਜਾਂਦੇ ਕਿ ਤਾਲੀ ਦੋਨੇ ਹੱਥਾਂ ਨਾਲ ਨਹੀਂ ਵੱਜਦੀ ਹੈਗੀ, ਇਹ ਬਿਲਕੁਲ ਕੋਈ ਇਹਨਾਂ ਦਾ ਮਤਲਬ ਹੀ ਨਹੀਂ ਬਣਦਾ ਕਿਸੇ ਤਰੀਕੇ ਨਾਲ ਵੀ, ਕਿਉਂਕਿ ਜਿਹੜਾ ਪਾਵਰ ਆਫ ਬੈਲੈਂਸ ਵਾ ਉਹ ਪੂਰੇ ਦਾ ਪੂਰਾ ਜਿਹੜਾ ਐਮਪਲੋਇਰ ਦੇ ਹੱਥ ਦੇ ਵਿੱਚ ਆ। ਖਾਸ ਕਰਕੇ ਜਿਹੜਾ ਪ੍ਰਵਾਸੀ ਕੰਮ ਆ ਉਹਦੇ ਹੱਥ ਦੇ ਵਿੱਚ ਇਸ ਤਰੀਕੇ ਦੀ ਕੋਈ ਤਾਕਤ ਨਹੀਂ ਹੈ। ਸੋ ਉਹਨਾਂ ਨੂੰ, ਵੀਰਾਂ ਨੂੰ ਸਲਾਮ ਆ ਜਿਨ੍ਹਾਂ ਨੇ ਇਹ ਬਿਲਕੁਲ ਬਹੁਤ ਵਧੀਆ ਉਪਰਾਲਾ ਉਹਨਾਂ ਨੇ ਕੀਤਾ। ਹਾਂ ਬਿਲਕੁਲ। ਔਰ ਖਤਮ ਕਰਦੇ ਆ, ਮੈਂ ਇੱਕ ਥੋੜਾ 5-6 ਮਿੰਟ ਦਾ ਗੀਤ ਜਿਹੜਾ ਪੂਰਾ ਮੈਂ ਛੱਡ ਕੇ ਜਾਣਾ ਚਾਹੁੰਦੀ ਹਾਂ। ਔਰ ਉਹ 'ਚ ਸੱਚ ਗੱਲ ਕੀਤੀ ਅਸੀਂ, ਉਹ ਗੱਲਾਂ ਯੂਨੀਅਨ ਦੇ ਕੋਲ ਉਹ ਕੇਸਿਸ ਉਹੋ ਜਿਹੇ ਆ ਰਹੇ ਨੇ। ਹਾਂ, ਜਿਹੜੀ ਉਹ ਫਿਲਮ ਬਣਾਈ ਉਹਨਾਂ ਨੇ। ਹਾਂ ਬਿਲਕੁਲ। ਸੋ ਉਹ ਜਿਹੜੀ ਗੱਲ ਕਿ
ਅਗਰ ਅਸੀਂ ਨਹੀਂ ਹੋਵਾਂਗੇ ਕੋਈ ਹੋਰ ਹੋਵੇਗਾ, ਕੋਈ ਹੋਰ। ਸੋ ਉਹ ਪਾਸ਼ ਹੋਰਾਂ ਦਾ ਇੱਕ ਸ਼ੇਰ ਹੈ ਕਿ ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦ ਤੋਂ, ਤੋੜ ਕੇ ਮਜਬੂਰੀਆਂ ਦੇ ਸੰਗਲਾਂ ਨੂੰ ਆਦ ਤੋਂ, ਜ਼ੁਲਮ ਦੇ ਗਲ ਸੰਗਲੀ ਪਾਉਂਦੇ ਰਹੇ ਨੇ ਲੋਕ। ਇਸ ਤਰ੍ਹਾਂ ਵੀ ਰਾਤ ਨੂੰ ਰੁਸ਼ਨਾਉਂਦੇ ਰਹੇ ਨੇ ਲੋਕ, ਦਹਿਕ ਦੇ ਅੰਗਿਆਰਾਂ ਤੇ ਸੌਂਦੇ ਰਹੇ ਨੇ ਲੋਕ। ਸੋ ਉਹ ਲੋਕ ਜਿਹੜੇ ਨੇ ਉਹਨਾਂ ਨੇ ਉਹ ਜ਼ੁਲਮ ਦੇ ਖਿਲਾਫ ਕੰਮ ਕਰੀ ਜਾਣਾ। ਤੋ ਦੋਸਤੋ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਹੁਣ ਦਿਓ ਇਜਾਜ਼ਤ ਔਰ ਤੁਹਾਡੇ ਲਈ ਛੱਡ ਕੇ ਜਾ ਰਹੇ ਹਾਂ ਇੱਕ ਬੁਝਾਰਤਾਂ ਬੁੱਝਣ ਵਾਲਾ ਗੀਤ ਹੈ। ਇੱਕ ਕਿਸਾਨਾਂ ਦੀ ਜਿਹੜੀ ਧਰਨੇ ਜਿਹੜੇ ਕਿਸਾਨਾਂ ਦੇ ਧਰਨਿਆਂ 'ਚ, ਹਾਂਜੀ, ਕਲਾ ਨਾਲ ਚੱਲਦੀ ਹੈ, ਜਿਹਨੂੰ ਕਲਚਰਲ ਰੈਵੋਲੂਸ਼ਨ ਵੀ ਅਸੀਂ ਕਹਿੰਦੇ ਹਾਂ। ਸੋ ਇਹ ਕੇਵਲ ਕ੍ਰਾਂਤੀ ਨੇ ਜਿਹੜੇ ਉਹ ਪੇਸ਼ਕਾਰ ਨੇ। ਇਹ ਮਾਨਸਾ ਦਾ ਕੋਈ ਟੋਲ ਪਲਾਜ਼ਾ ਜੀ, ਉੱਥੇ ਲੱਗਿਆ ਹੋਇਆ ਧਰਨਾ। ਹਾਂ, ਐਗਜ਼ੈਕਟ ਮੈਨੂੰ ਪਤਾ ਨਹੀਂ ਹੈ। ਤੋ ਇਹ ਬਹੁਤ ਵਧੀਆ ਬੁਝਾਰਤਾਂ ਨੇ, ਵਿਅੰਗਾਤਮਕ ਚੀਜ਼ ਹੈ। ਤੋ ਇਹ ਛੱਡ ਕੇ ਤੁਹਾਡੇ ਲਈ ਜਾ ਰਹੇ ਹਾਂ। ਅਗਲੇ ਸੋਮਵਾਰ ਦੁਬਾਰਾ ਮਿਲਾਂਗੇ ਜੀ। ਅਲਵਿਦਾ। ਧੰਨਵਾਦ। ਲਾਵਾਂਗੇ ਜੋਟੀ ਪਾ ਕੇ ਕਲਮ ਕਲਾ ਸੰਗਰਾਮਾਂ ਦੀ, ਤੁਸੀਂ ਬੁੱਝੋਗੇ ਅਸੀਂ ਬੁਝਾਰਤ ਪਾਵਾਂਗੇ। ਪਹਿਲੀ ਬੁਝਾਰਤ ਆ, ਪਤਣਾ ਉੱਤੇ ਪਾਣੀਆਂ ਦੇ ਵਿੱਚ ਚੱਲਣ ਜੀ ਦੀਆਂ ਬੱਸਾਂ, ਸੜਕਾਂ ਪਰਖੇ ਬੰਬ ਮਾਰ ਕੇ ਗੱਲਾਂ ਸੁਣ ਕੇ ਹੱਸਾਂ, ਚੰਨ ਉੱਤੇ ਰੈਲੀਆਂ ਦੀ ਲਾਈ ਜੀ ਨੇ ਤਾਕੇ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ। ਸੁੱਖਾਵਲੀ ਦੱਸੂਗਾ। ਬੁੱਝ ਲਿਆ ਏ ਸੁੱਖਾ ਗੱਪੀ ਬਾਦਲ ਜੀ ਦਾ ਬਾਪ ਹੈ, ਬੁੱਝ ਲਿਆ ਏ ਸੁੱਖਾ ਗੱਪੀ ਬਾਦਲ ਜੀ ਦਾ ਬਾਪ ਹੈ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ। ਅਗਲੀ ਬੁਝਾਰਤ ਵੀ, ਘਰ ਘਰ ਦੇ ਵਿੱਚ ਨੌਕਰੀਆਂ ਦੇ ਲਾਏ ਜੀ ਨੇ ਲਾਰੇ, ਕਹਿੰਦਾ ਸੀ ਜੋ ਮਾਫ ਕਰ ਦਿਓ ਕਰਜ਼ੇ ਤੁਹਾਡੇ ਸਾਰੇ, ਘਰ ਘਰ ਦੇ ਵਿੱਚ ਨੌਕਰੀਆਂ ਦੇ ਲਾਏ ਜੀ ਨੇ ਲਾਰੇ, ਕਹਿੰਦਾ ਸੀ ਜੋ ਮਾਫ ਕਰ ਦਿਓ ਕਰਜ਼ੇ ਤੁਹਾਡੇ ਸਾਰੇ, ਲੋਕ ਇੱਥੇ ਬੈਠੇ ਪਟਿਆਲੇ ਬੈਠਾ ਆਪੈ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ। ਹਾਂਜੀ ਰਾਜਾ ਬੁੱਝ ਲਿਆ ਬਈ ਬੁੱਝ ਲਿਆ ਏ ਲਾਰਿਆਂ ਦਾ ਸਮਰਾਟ ਹੈ, ਬੁੱਝ ਲਿਆ ਬਈ ਬੁੱਝ ਲਿਆ ਬੋਲ ਕੇ ਨਾਮ ਬੋਲਦਾ ਕਰੋ ਯਾਰ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ। ਕਹਿੰਦੇ ਸੀ ਜੋ ਜਿੱਤ ਲਵਾਂਗੇ ਦੇਸ਼ ਦੇ ਕੋਨੇ ਚਾਰੇ, ਝਾੜੂ ਦੇ ਨਾਲ ਹੂੰਜ ਦੇਵਾਂਗੇ ਅਗਲੇ ਪਿਛਲੇ ਸਾਰੇ, ਕਹਿੰਦੇ ਸੀ ਜੋ ਜਿੱਤ ਲਵਾਂਗੇ ਦੇਸ਼ ਦੇ ਕੋਨੇ ਚਾਰੇ, ਝਾੜੂ ਦੇ ਨਾਲ ਹੂੰਜ ਦੇਵਾਂਗੇ ਅਗਲੇ ਪਿਛਲੇ ਸਾਰੇ, ਜੁੜਿਆ ਨਾ ਕੋਈ ਹੋ ਗਏ ਤੀਲਾ ਤੀਲਾ ਆਪੇ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ। ਦਸ ਬੰਦ ਤੇਰੀ ਡਿਊਟੀ ਲਾਈ ਵੀ ਆ। ਬੁੱਝ ਲਿਆ ਬਈ ਬੁੱਝ ਲਿਆ ਏ ਦਿੱਲੀ ਵਾਲੀ ਆਪੈ, ਬੁੱਝ ਲਿਆ ਬਈ ਬੁੱਝ ਲਿਆ ਏ ਦਿੱਲੀ ਵਾਲੀ ਆਪੈ, ਬੁੱਝੋ ਬੇਲੀਓ ਐਨੀ ਮੇਰੀ ਬਾਤ ਹੈ। ਆ ਥੋੜੀ ਔਖੀ ਹੈ। ਦੂਤ ਰੱਬ ਦਾ ਬਣ ਕੇ ਜੀ ਨੇ ਕੀਤੀਆਂ ਖੂਬ ਕਮਾਈਆਂ, ਨੱਚਿਆ ਟੱਪਿਆ ਗਾਣੇ ਗਾਏ ਫਿਲਮਾਂ ਬਹੁਤ ਬਣਾਈਆਂ, ਦੂਤ ਰੱਬ ਦਾ ਬਣ ਕੇ ਜੀ ਨੇ ਕੀਤੀਆਂ ਖੂਬ ਕਮਾਈਆਂ,
ਨੱਚਿਆ ਟੱਪਿਆ ਗਾਣੇ ਗਾਏ ਫਿਲਮਾਂ ਬਹੁਤ ਬਣਾਈਆਂ ਵੇਚਦਾ ਰਿਹਾ ਸੌਦਾ ਕਹਿ ਕੇ ਨਾਮ ਵਾਲੀ ਦਾਤ ਬੁੱਝੋ ਬੇਲੀਓ ਇੰਨੀ ਮੇਰੀ ਬਾਤ ਹੈ ਬੁੱਝੋ ਬੇਲੀਓ ਇੰਨੀ ਮੇਰੀ ਬਾਤ ਹੈ ਸਤ ਸੇਵਾ ਮੇਰਾ ਸਾਲਾ ਸੌਦਾ ਸਾਧ ਬੁੱਝਲਿਆ ਏ ਸਰਸੇ ਵਾਲਾ ਸਾਧ ਬੁੱਝਲਿਆ ਬਈ ਬੁੱਝਲਿਆ ਏ ਸਰਸੇ ਵਾਲਾ ਸਾਧ ਬੁੱਝੋ ਬੇਲੀਓ ਇੰਨੀ ਮੇਰੀ ਬਾਤ ਨੋਟਬੰਦੀ ਤੇ ਜੀਐਸਟੀ ਨੇ ਪਾਇਆ ਬੜਾ ਝਮੇਲਾ ਹੁਣ ਕਹਿੰਦਾ ਏ ਇੰਡੀਆ ਦੇ ਵਿੱਚ ਆਉਣੀਆਂ ਬੁਲਟ ਰੇਲਾਂ ਨੋਟਬੰਦੀ ਤੇ ਜੀਐਸਟੀ ਨੇ ਪਾਇਆ ਬੜਾ ਝਮੇਲਾ ਹੁਣ ਕਹਿੰਦਾ ਏ ਇੰਡੀਆ ਦੇ ਵਿੱਚ ਆਉਣੀਆਂ ਬੁਲਟ ਰੇਲਾਂ ਸੁਣੇ ਨਾ ਕਿਸੇ ਦੀ ਕਰੇ ਮਨ ਵਾਲੀ ਬਾਤ ਬੁੱਝੋ ਬੇਲੀਓ ਇੰਨੀ ਮੇਰੀ ਬਾਤ ਹੈ ਬੁੱਝੋ ਬੇਲੀਓ ਇੰਨੀ ਮੇਰੀ ਬਾਤ ਹੈ ਬੁੱਝ ਲਿਆ ਏ ਚਾਹ ਵਾਲਾ ਏ ਗਊ ਜੀ ਦੀ ਮਾਤ ਬੁੱਝ ਲਿਆ ਏ ਚਾਹ ਵਾਲਾ ਏ ਗਊ ਜੀ ਦੀ ਮਾਤ ਬੁੱਝੋ ਬੇਲੀਓ ਇੰਨੀ ਮੇਰੀ ਬਾਤ ਹੈ ਜਿਹਨੂੰ ਵੇਖ ਕੇ ਭੱਜ ਜਾਵਣਗੇ ਦੁਸ਼ਮਣ ਡਰਦੇ ਮਾਰੇ ਜਿਹਦੇ ਕਰਕੇ ਹੱਲ ਹੋਣਗੇ ਮਸਲੇ ਸਾਡੇ ਸਾਰੇ ਜਿਹਨੂੰ ਵੇਖ ਕੇ ਭੱਜ ਜਾਵਣਗੇ ਦੁਸ਼ਮਣ ਡਰਦੇ ਮਾਰੇ ਜਿਹਦੇ ਕਰਕੇ ਹੱਲ ਹੋਣਗੇ ਮਸਲੇ ਸਾਡੇ ਸਾਰੇ ਜਿਹਨੂੰ ਵੇਖ ਵੈਰੀਆਂ ਦਾ ਸੁੱਕ ਜਾਣਾ ਸਾਏ ਉਹ ਬੇਲੀਓ ਏਕੇ ਵਾਲਾ ਰਾਏ ਉਹ ਬੇਲੀ